ਗੁਰ ਗੋਬਿੰਦ ਗੋਪਾਲ ਗੁਰ ਗੁਰਪੂਰਨ ਨਾਰਾਇਣ ਹੈ। ਗੁਰ ਦਇਆਲ ਸਮਰੱਥ ਗੁਰ ਗੁਰ ਨਾਨਕ ਪਤਿਤ ਉਦਾਹਰਣ ਹੈ। ਪੰਜ ਪਿਆਲੇ ਪੰਜ ਪੀਰੋ ਛਠਮ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ। ਚੱਲੀ ਪੀੜੀ ਸੋਡੀਆਂ ਉਹ ਰੂਪ ਦਿਖਾਵਣ ਵਾਰੋ ਵਾਰੀ। ਦਲ ਭੰਜਨ ਗੁਰ ਸੂਰਮਾ ਵੱਡ ਜੋਦਾ ਬਹੁ ਪਰ ਉਪਕਾਰੀ। ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ। ਹੋ ਸਭਨਾ ਕੀ ਰੇਣੁਕਾ ਤਉ ਆਓ ਹਮਾਰੇ ਪਾਸ। ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਗੁਰੂ ਸਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਆਪ ਸਰਬੱਤ ਸੰਗਤਾਂ ਹਾਜ਼ਰੀਨ ਹੋ। ਗਿਆਨੀ ਰਣਜੀਤ ਸਿੰਘ ਹੁਣਾਂ ਨੇ ਬੜੀ ਭਾਵਨਾ ਦੇ ਨਾਲ ਆਪ ਸੰਗਤਾਂ ਨੂੰ ਤੁਰਕੀ ਬਾਣੀ ਦਾ ਫੁਰਮਾਨ ਸਰਵਣ ਕਰਵਾਇਆ ਹੈ। ਆਓ ਭਗਤ ਕਬੀਰ ਜੀ ਦੀ ਪਾਕ ਬਾਣੀ ਦੀ ਵਿਚਾਰ ਕਰੀਏ ਔਰ ਫਿਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦਾ ਅਗੰਮੀ ਜੀਵਨ ਔਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਮਹਾਨ ਸ਼ਹਾਦਤ ਨੂੰ ਯਾਦ ਕਰਦਿਆਂ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਥੂਨੀ ਪਾਈ ਥਿਤ ਭਈ ਸਤਿਗੁਰ ਬੰਦੀ ਧੀਰ। ਕਬੀਰ ਹੀਰਾ ਬਨ ਜਿਆ ਮਾਨ ਸਰੋਵਰ ਤੀਰ। ਕਬੀਰ ਜੀ ਮਹਾਰਾਜ ਦਾ ਇਹ ਪਵਿੱਤਰ ਫੁਰਮਾਨ 1373 ਅੰਗ ਉੱਪਰ ਦਰਜ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਕ ਬਾਣੀ ਵਿੱਚ। ਇੱਥੇ ਕਬੀਰ ਜੀ ਬੜੇ ਮਹਿੰਗੇ ਅਲਫਾਜ਼ ਵਰਤਦੇ ਨੇ। ਥੂਨੀ ਦਾ ਭਾਵ ਹੁੰਦਾ ਹੈ ਸੰਸਕ੍ਰਿਤ ਵਿੱਚ ਸੁਥੂਣਾ, ਭਾਵ ਥੰਮੀ। ਹਰ ਇਲਾਕੇ ਦੀ ਵੱਖੋ ਵੱਖ ਬੋਲੀ ਹੁੰਦੀ ਹੈ। ਸਾਡੇ ਮਾਝੇ ਦੇ ਇਲਾਕੇ ਵਿੱਚ ਕਿੱਲਾ ਕਹਿ ਦਿੰਦੇ ਨੇ ਜਿਹਦੇ ਨਾਲ ਡੰਗਰ ਬੰਨੀਦੇ ਨੇ, ਉਹਨੂੰ ਮੁੰਨੀ ਵੀ ਕਹਿ ਦਿੱਤਾ ਜਾਂਦਾ ਹੈ। ਅੱਗੇ ਮਹਾਰਾਜ ਕਹਿੰਦੇ ਨੇ ਥਿਤ। ਥਿਤ ਦਾ ਭਾਵ ਹੁੰਦਾ ਹੈ ਕਾਇਮ ਹੋਣਾ, ਠਹਿਰਾਓ ਹੋਣਾ, ਸਥਿਤ ਹੋਣਾ। ਫਿਰ ਕਹਿੰਦੇ ਸਤਿਗੁਰ। ਸਤ ਜੋ ਸਤਿ ਹੈ, ਸੱਚਾ ਹੈ, ਔਰ ਗੁਰ ਗਿਆਨ ਬਖਸ਼ਣ ਵਾਲਾ ਹੈ, ਅਗਿਆਨ ਦਾ ਨਾਸ਼ਕ ਹੈ। ਬੰਦੀ ਲਫ਼ਜ਼ ਅੱਗੇ ਵਰਤਦੇ ਨੇ, ਭਾਵ ਬੰਨਣਾ। ਧੀਰ ਦਾ ਮਤਲਬ ਧੀਰਜ ਹੁੰਦਾ ਹੈ, ਮਨ ਦੀ ਦ੍ਰਿੜਤਾ, ਤਸੱਲੀ ਆਦਿਕ।
ਕਬੀਰ ਜੀ ਮਹਾਰਾਜ ਕਹਿੰਦੇ ਨੇ, ਥੂਨੀ ਪਾਈ ਭਰੋਸਾ ਪਾ ਲਿਆ, ਗੁਰੂ ਦੇ ਉੱਤੇ ਮਨ ਗਿਆ ਟਿਕ, ਕਹਿੰਦੇ ਥਿਤ ਭਈ ਮਨ ਸਾਡਾ ਸਥਿਤ ਹੋ ਗਿਆ, ਗੁਰੂ ਦੇ ਆਸਰੇ ਰੂਪੀ ਥੰਮੀ ਦੇ ਨਾਲ। ਹੁਣ ਜਦੋਂ ਸਾਡਾ ਮਨ ਸਥਿਤ ਹੋ ਗਿਆ, ਗੁਰੂ ਦੀ ਕਿਰਪਾ ਦੇ ਨਾਲ ਸਾਨੂੰ ਧੀਰਜਤਾ ਪ੍ਰਾਪਤ ਹੋਈ, ਸਾਨੂੰ ਟਿਕਾ ਪ੍ਰਾਪਤ ਹੋਇਆ, ਮਨ ਦੀ ਭਟਕਣਾ ਮੁੱਕ ਗਈ। ਜਿਵੇਂ ਡੰਗਰ ਕਿੱਲੇ ਨਾ ਬੰਨੀਏ, ਥੰਮੀ ਨਾ ਬੰਨੀਏ, ਥੂਨੀ ਨਾ ਬੰਨੀਏ ਤੇ ਉਹ ਸਥਿਤ ਹੋ ਜਾਂਦਾ ਹੈ, ਟਿਕ ਜਾਂਦਾ ਹੈ। ਇੱਦਾਂ ਚਾਹੇ ਤੁਸੀਂ ਨਾਮ ਦਾ ਕਿੱਲਾ ਕਹਿ ਲਵੋ, ਨਿਸ਼ਚੇ ਰੂਪ ਕਿੱਲਾ ਕਹਿ ਲਵੋ, ਭਰੋਸਾ ਰੂਪ ਕਿੱਲਾ ਕਹਿ ਲਵੋ, ਸ਼ਬਦ ਰੂਪ ਕਿੱਲਾ ਕਹਿ ਲਵੋ, ਇਹ ਮਨ ਪਸ਼ੂਆਂ ਵਰਗਾ ਹੈ, ਇੱਧਰ ਉੱਧਰ ਭੱਜਿਆ ਫਿਰਦਾ ਹੈ। ਗੁਰੂ ਨੇ ਕਿਰਪਾ ਕਰਕੇ ਸ਼ਬਦ ਦੇ ਕਿੱਲੇ ਨਾਲ ਬੰਨ੍ਹਤਾ ਇਹਨੂੰ। ਹੁਣ ਵਿਕਾਰਾਂ ਵਿੱਚ ਇੱਧਰ ਉੱਧਰ ਨਹੀਂ ਦੌੜਦਾ, ਟਿਕ ਗਿਆ ਹੈ, ਧੀਰਜਤਾ ਦੇ ਸਹਿਤ ਹੋ ਗਿਆ ਹੈ, ਧੀਰੇ ਦੇ ਵਿੱਚ ਆ ਗਿਆ ਹੈ। ਕਬੀਰ ਜੀ ਅਗਲੇ ਪਾਕ ਬੋਲਾਂ ਵਿੱਚ, ਕਬੀਰ ਹੀਰਾ ਬਨਜਿਆ ਮਾਨ ਸਰੋਵਰ ਤੀਰ। ਜਿਹੜਾ ਹੀਰਾ ਲਫ਼ਜ਼ ਹੈ ਤੁਸੀਂ ਸਾਰੇ ਹੀ ਸਮਝਦੇ ਹੋ, ਅਮੋਲਕ ਰਤਨ ਹੈ, ਬੜਾ ਕੀਮਤੀ ਰਤਨ ਹੈ। ਹੁਣ ਬਨਜ ਦਾ ਮਤਲਬ ਹੁੰਦਾ ਹੈ ਵਣਜ, ਭਾਵ ਸੌਦਾਗਰੀ ਕਰਨੀ, ਖਰੀਦੋ ਫਰੋਖਤ ਕਰਨੀ, ਵਪਾਰ ਕਰਨਾ। ਮਾਨ ਸਰੋਵਰ, ਵੈਸੇ ਤੇ ਪੁਰਾਣਾ ਅਨੁਸਾਰ ਤਿੱਬਤ ਦੀ ਇੱਕ ਪ੍ਰਸਿੱਧ ਝੀਲ ਹੈ, ਕਹਿੰਦੇ ਜੀ ਉੱਥੇ ਹੰਸ ਰਹਿੰਦੇ ਨੇ, ਮੋਤੀ ਚੁੱਕਦੇ ਨੇ, ਉਹਨੂੰ ਮਾਨ ਸਰੋਵਰ ਕਹਿ ਦਿੱਤਾ ਜਾਂਦਾ ਹੈ। ਇੱਥੇ ਮਾਨ ਸਰੋਵਰ ਕਿਹਾ ਹੈ ਸਤ ਸੰਗਤ ਨੂੰ। ਤੇ ਜਿਵੇਂ ਤਿੱਬਤ ਵਾਲੇ ਮਾਨ ਸਰੋਵਰ ਵਿੱਚ ਗਾਥਾ ਪ੍ਰਚਲਿਤ ਹੈ ਵੀ ਮੋਤੀ ਚੁਗਦੇ ਨੇ ਹੰਸ, ਇੱਥੇ ਸਤ ਸੰਤੋਖ ਦਇਆ ਧਰਮ ਰੂਪੀ ਮਹਾਨ ਗੁਣ ਮੋਤੀ ਨੇ। ਤੇ ਹੰਸ ਕੌਣ ਨੇ? ਗੁਰਮੁਖ ਜਨ, ਜੋ ਇੱਥੇ ਇਹ ਗੁਣ ਇਕੱਠੇ ਕਰਨ ਆਉਂਦੇ ਨੇ ਗੁਰੂ ਘਰ। ਇੱਥੇ ਆ ਕਰਕੇ ਉਹ ਬਾਣੀ ਪੜ੍ਹਦੇ ਨੇ, ਪ੍ਰਮਾਤਮਾ ਦੇ ਗੀਤ ਗਾਉਂਦੇ ਨੇ, ਸੇਵਾ ਕਰਦੇ ਨੇ, ਮਹਾਨ ਗੁਣਾਂ ਦੇ ਧਾਰਨੀ ਬਣਦੇ ਨੇ। ਤੀਰ ਕਹਿ ਦਿੱਤਾ ਜਾਂਦਾ ਹੈ ਕੰਢੇ ਨੂੰ। ਸੰਸਕ੍ਰਿਤ ਵਿੱਚ ਤੀਰ ਦਾ ਭਾਵ ਪੂਰਨ ਕਰਨਾ ਵੀ ਹੁੰਦਾ ਹੈ, ਨਦੀ ਦਾ ਕਿਨਾਰਾ ਵੀ ਹੈ। ਅੱਛਾ, ਜੇ ਤੁਸੀਂ ਪਰਸ਼ੀਅਨ ਵਿੱਚ ਜਾਓ ਨਾ, ਸ਼ਰ ਨੂੰ ਕਹਿੰਦੇ ਨੇ ਤੀਰ, ਆ ਜਿਹੜਾ ਦੁਸ਼ਮਣ ਦੀ ਹਿੱਕ 'ਚ ਮਾਰਿਆ ਜਾਂਦਾ ਹੈ। ਇੱਥੇ ਭਾਵ ਹੈ ਤੀਰ ਤੋਂ ਮਾਨ ਸਰੋਵਰ ਦਾ ਕੰਢਾ। ਜਿਵੇਂ ਮਾਨ ਸਰੋਵਰ ਦੇ ਕੰਢੇ ਹੰਸ ਮਿਲਣਗੇ, ਮੋਤੀ ਉਹ ਚੁਗਣਗੇ, ਇਉਂ ਗੁਰੂ ਦੇ ਸਤਸੰਗ ਰੂਪੀ ਮਾਨ ਸਰੋਵਰ ਦੇ ਪਾਸ ਤੁਹਾਨੂੰ ਗੁਰਮੁਖੀ ਮਿਲਣਗੇ। ਮਨਮੁਖ ਤੇ ਇੱਥੇ ਟਿਕਦਾ ਹੀ ਨਹੀਂ ਹੈ। ਮਨਮੁਖ ਤੇ ਜਾਂ ਸਿਨੇਮੇ ਜਾਵੇਗਾ, ਜਾਂ ਵੇਸਵਾ ਦੇ ਕੋਠੇ ਜਾਵੇਗਾ, ਮੁਰਦਾਰ ਖਾਵੇਗਾ, ਕੋਈ ਠੱਗੀ ਠੋਰੀ ਮਾਰੇਗਾ। ਉਹਨੇ ਗੁਰੂ ਘਰ ਕੀ ਕਰਨਾ ਹੈ? ਉਹਨੇ ਰੱਬ ਦੇ ਗੀਤ ਗਾ ਕੇ ਕੀ ਕਰਨੇ ਨੇ? ਉਹਨੇ ਮੰਦਰ ਮਸਜਿਦ ਕੀ ਲੈਣ ਜਾਣਾ ਹੈ? ਸੋ ਇੱਥੇ ਬਗਲਿਆਂ ਦਾ ਕੋਈ ਕੰਮ ਨਹੀਂ, ਮਾਨ ਸਰੋਵਰ ਤੇ ਬਗਲਿਆਂ ਦਾ ਕੋਈ ਕੰਮ ਨਹੀਂ। ਡੱਡੀ ਮੱਛੀ ਦਾ ਉੱਥੇ ਬਹੁਤਾ ਪ੍ਰਬੰਧ ਨਹੀਂ ਹੁੰਦਾ, ਉੱਥੇ ਮੋਤੀ ਹੁੰਦੇ ਨੇ, ਤੇ ਮੋਤੀ ਖੁਰਾਕ ਹੰਸਾਂ ਦੀ ਹੈ। ਸੋ ਗੁਰੂ ਦੇ ਦਰ ਉੱਤੇ ਗੁਰੂ ਦੀ ਗੱਲ ਚੱਲਣੀ ਹੈ, ਖੁਦਾ ਦੀ ਗੱਲ ਚੱਲਣੀ ਹੈ, ਸ਼ੁਭ ਗੁਣਾਂ ਦੀ ਗੱਲ ਚੱਲਣੀ ਹੈ। ਚੁਗਣ ਵਾਲੇ ਗੁਰਮੁਖ ਨੇ, ਇਹ ਬਚਨ ਸੁਣਨ ਵਾਲੇ ਗੁਰਮੁਖ ਨੇ। ਮਨਮੁਖ ਨੂੰ ਰੰਗੀਨੀ ਚਾਹੀਦੀ ਹੈ, ਵਿਕਾਰ ਚਾਹੀਦੇ ਨੇ, ਐਸ਼ ਪ੍ਰਸਤੀ ਚਾਹੀਦੀ ਹੈ, ਉਹਦਾ ਇੱਥੇ ਕੋਈ ਕੰਮ ਨਹੀਂ ਹੈ। ਸੋ ਕਬੀਰ ਜੀ ਮਹਾਰਾਜ ਕਹਿੰਦੇ ਨੇ, ਗੁਰਮੁਖ ਜਨਾਂ ਨੇ ਸਤ ਸੰਗਤ ਵਿੱਚ ਆ ਕੇ ਮਹਾਨ ਮੋਤੀ ਚੁਗੇ ਹੰਸਾਂ ਦੀ ਨਿਆਈ। ਇਸ ਮਾਨ ਸਰੋਵਰ ਦੇ ਅੰਦਰ ਸਭ ਤੋਂ ਅਮੁੱਲਾ ਮੋਤੀ ਕੀ ਹੈ? ਨਿਜ ਸਰੂਪ ਦਾ ਗਿਆਨ ਹੋ ਜਾਣਾ, ਪਰਮ ਪਦਵੀ ਦੀ ਪ੍ਰਾਪਤੀ, ਪਰਮਾਤਮਾ ਵਿੱਚ ਅਭੇਦ ਹੋ ਜਾਣਾ। ਇਹ ਮੋਤੀ ਮਾਨ ਸਰੋਵਰ ਰੂਪੀ ਸਤ ਸੰਗਤ ਚੋਂ ਹੀ ਮਿਲਦੇ ਨੇ। ਅਗਲੇ ਸ਼ਲੋਕ ਵਿੱਚ ਮਹਾਰਾਜ ਕਬੀਰ ਜੀ ਹੁਕਮ ਕਰਦੇ ਨੇ, ਕਬੀਰ ਹਰ ਹੀਰਾ ਜਨ ਜੋਹਰੀ, ਲੇਕੈ ਮਾਂਡੈ ਹਾਟ। ਹੁਣ ਹਰੀ ਦਾ ਨਾਮ ਵੀ ਹੀਰਾ ਹੈ, ਸਤ ਸੰਤੋਖ ਦਇਆ ਧਰਮ ਵੀ ਹੀਰੇ ਨੇ।
ਮਹਾਰਾਜ ਕਬੀਰ ਜੀ ਕਹਿੰਦੇ ਨੇ ਜੋ ਹਰੀ ਦਾ ਹਰਿਆਂ ਭਰਿਆਂ ਕਰਨ ਵਾਲੇ ਪਰਮੇਸ਼ਵਰ ਦਾ ਨਾਮ ਹੈ ਉਹ ਅਮੋਲਕ ਹੀਰਾ ਹੈ ਤੇ ਜਨ ਲਫ਼ਜ਼ ਆਉਂਦਾ ਹੈ ਮਹਾਪੁਰਸ਼ ਲਈ। ਸੰਸਕ੍ਰਿਤ ਦੇ ਵਿੱਚ, ਫਾਰਸੀ ਵਿੱਚ ਵਹੁਟੀ ਨੂੰ ਕਹਿੰਦੇ ਨੇ, ਘਰ ਵਾਲੀ ਨੂੰ, ਤੇ ਮਹਾਪੁਰਸ਼ ਵੀ ਰੱਬ ਦੇ ਦਰ ਤੇ ਵਹੁਟੀਆਂ ਹੀ ਨੇ, ਸੁਹਾਗਣਾਂ ਨੇ ਗੁਰੂ ਪਰਮੇਸ਼ਰ ਦੀਆਂ। ਸੋ ਅੱਗੇ ਜ਼ੋਹਰੀ ਲਫ਼ਜ਼ ਵਰਤਿਆ ਹੈ। ਜ਼ੋਹਰੀ ਹੁੰਦਾ ਹੈ ਜਿਹੜਾ ਜੌਹਰ ਰੱਖਣ ਵਾਲਾ ਹੋਵੇ, ਰਤਨਾਂ ਦਾ ਪਾਰਖੂ, ਰਤਨਾਂ ਦਾ ਵਪਾਰੀ। ਮਾਂਡੇ ਦਾ ਮਤਲਬ ਹੈ ਸਜਾਉਣਾ, ਸਜਾਵਟ ਕਰਨੀ ਜਾਂ ਬਣਾਉਣਾ। ਹਾਟ ਦੁਕਾਨ ਨੂੰ ਕਹਿੰਦੇ ਨੇ, ਹੱਟੀ ਨੂੰ ਕਹਿੰਦੇ ਨੇ। ਸੋ ਕਬੀਰ ਜੀ ਮਹਾਰਾਜ ਕਹਿੰਦੇ ਪ੍ਰਮਾਤਮਾ ਹੀਰਾ ਹੈ ਤੇ ਜੌਹਰੀ ਕੌਣ ਹੈ ਜਿਹਨੂੰ ਪਰਖ ਹੈ ਇਸ ਹੀਰੇ ਦੀ? ਕਹਿੰਦੇ ਗੁਰਮੁਖ ਜਨ, ਮਹਾਪੁਰਸ਼। ਸੋ ਇਹ ਹਰੀ ਦੇ ਨਾਮ ਰੂਪੀ ਹੀਰਾ ਗੁਰੂ ਪਰਮੇਸ਼ਰ ਦੇ ਪਾਸੋਂ ਪ੍ਰਾਪਤ ਹੁੰਦਾ ਹੈ। ਤੇ ਜੌਹਰੀ ਕੀ ਕਰਦੇ ਨੇ? ਖਾਨ ਚੋਂ ਹੀਰੇ ਲੈ ਕੇ ਫਿਰ ਦੁਕਾਨ ਤੇ ਸਜਾਉਂਦੇ ਨੇ। ਕਹਿੰਦੇ ਇੱਦਾਂ ਗੁਰਮੁਖ ਜਨ ਗੁਰੂ ਪਾਸੋਂ ਨਾਮ ਦਾ ਹੀਰਾ ਪ੍ਰਾਪਤ ਕਰ ਲੈਂਦੇ ਨੇ। ਔਰ ਜਿਵੇਂ ਜੌਹਰੀ ਦੁਕਾਨ ਤੇ ਬਹਿ ਕੇ ਹੀਰੇ ਵੇਚਦਾ, ਗੁਰਮੁਖ ਜਨ ਬੈਠ ਕੇ ਸਤ ਸੰਗਤ ਵਿੱਚ ਉਪਦੇਸ਼ ਦਿੰਦੇ ਨੇ ਲੋਕਾਈ ਨੂੰ, ਹੀਰੇ ਵੰਡਦੇ ਨੇ ਲੋਕਾਈ ਨੂੰ, ਕਿਰਪਾ ਕਰਦੇ ਨੇ ਲੋਕਾਈ ਦੇ ਉੱਤੇ। ਮਾਂਡੇ ਦਾ ਭਾਵ ਹੈ ਧਾਰ ਲੈਣਾ, ਜਾਂ ਇਉਂ ਸਮਝ ਲਓ ਗੁਰੂ ਰੂਪੀ ਖਾਣ ਦੇ ਪਾਸੋਂ ਪਾਰਖੂ ਗੁਰਮੁਖ ਜਨ, ਜਿਨ੍ਹਾਂ ਨੂੰ ਨਾਮ ਰੂਪੀ ਹੀਰੇ ਦੀ ਕਦਰ ਦੀ ਸਮਝ ਹੈ, ਜਿਹੜੇ ਜਾਣਦੇ ਨੇ ਵਿਕਾਰ ਕੱਚ ਦਾ ਵਪਾਰ ਹੈ, ਪਰਮਾਤਮਾ ਦਾ ਨਾਮ ਹੀਰਿਆਂ ਦਾ ਵਪਾਰ ਹੈ ਤੇ ਕੱਚ ਛੱਡਣਾ ਹੈ, ਹੀਰੇ ਇਕੱਠੇ ਕਰਨੇ ਨੇ। ਉਹ ਕਿਹੜੀ ਹੱਟ ਵਿੱਚ ਹੀਰੇ ਟਿਕਾਉਂਦੇ ਨੇ? ਕਹਿੰਦੇ ਮਨ ਰੂਪੀ ਹੱਟ ਵਿੱਚ ਗੁਰੂ ਰੂਪੀ ਖਾਨ ਕੋਲੋਂ ਨਾਮ ਦਾ ਹੀਰਾ ਲੈ ਕੇ ਸਜਾ ਲੈਂਦੇ ਨੇ, ਟਿਕਾ ਲੈਂਦੇ ਨੇ। ਤੇ ਜਦੋਂ ਕੋਈ ਗਾਹਕ ਮਿਲਦਾ ਹੈ ਤੇ ਫਿਰ ਉਹਦੇ ਸਨਮੁਖ ਉਪਦੇਸ਼ ਕਰਦੇ ਨੇ, ਇਉਂ ਹੀਰਿਆਂ ਦਾ ਉਹ ਵਪਾਰ ਕਰਦੇ ਨੇ। ਜਬ ਹੀ ਪਾਇਹ ਪਾਰਖੂ ਤਬ ਹੀਰਨ ਕੀ ਸਾਟ। ਹੁਣ ਕਹਿੰਦੇ ਮਹਾਪੁਰਸ਼ ਹੀਰਿਆਂ ਦੇ ਵਪਾਰੀ ਨੇ, ਪਰ ਉਹ ਇੱਕ ਗੱਲ ਵੱਲ ਬੜਾ ਧਿਆਨ ਦਿੰਦੇ ਨੇ। ਜਦੋਂ ਕੋਈ ਪਾਰਖੂ ਮਿਲਦਾ ਹੈ ਨਾ, ਫਿਰ ਹੀ ਉਹ ਹੀਰਿਆਂ ਦਾ ਵਪਾਰ ਕਰਦੇ ਨੇ। ਭਾਵ ਜਦੋਂ ਕੋਈ ਅਧਿਕਾਰੀ ਮਿਲਦਾ ਹੈ, ਭਾਵਨਾ ਵਾਲਾ ਕੋਈ ਸਤਪੁਰਸ਼ ਮਿਲਦਾ ਹੈ, ਉਹਦੇ ਨਾਲ ਹੀ ਸਾਂਝ ਪਾਉਣਗੇ, ਉਹਦੇ ਸਾਹਮਣੇ ਹੀ ਇਹ ਮਹਾਨ ਗੁਣਾਂ ਦੀ ਗੁਥਲੀ ਖੋਲ੍ਹਣਗੇ, ਨਾਮ ਰੂਪੀ ਹੀਰਾ ਪ੍ਰਗਟ ਕਰਨਗੇ। ਹੁਣ ਇਹ ਥੋੜ੍ਹਾ ਹੈ ਵੀ ਤੁਸੀਂ ਸਬਜ਼ੀ ਮੰਡੀ 'ਚ ਹੀਰੇ ਜਾ ਕੇ ਵੇਚੀ ਜਾਓ। ਤੁਸੀਂ ਮਨਮੁਖਾਂ ਵਿੱਚ ਆਪਣੇ ਗੁਰੂ ਦੇ ਪਾਕ ਅਲਫਾਜ਼, ਪਾਕ ਗਿਆਨ ਬਾਬਤ ਬੈਠ ਜਾਓ ਵੀ ਇਹਨਾਂ ਦੇ ਵਿੱਚ ਹੀਰੇ ਵੰਡਣੇ, ਉਹਨਾਂ ਨੂੰ ਤੇ ਕਦਰ ਨਹੀਂ ਹੈ। ਵੇਖੋ, ਇਸ ਗੱਲ ਦਾ ਖਿਆਲ ਰੱਖਿਓ, ਇਹ ਗਿਆਨ ਮਾਇਆ ਲੈ ਕੇ ਵੀ ਨਹੀਂ ਵੰਡਿਆ ਜਾਣਾ ਚਾਹੀਦਾ। ਜਿੱਥੇ ਅਭਿਲਾਖੀ ਨੇ, ਭਾਵਨਾ ਵਾਲੇ ਨੇ, ਉੱਥੇ ਹੀ ਨਾਮ ਦੀ ਗੁਥਲੀ ਖੋਲ੍ਹਣੀ ਚਾਹੀਦੀ ਹੈ। ਇਹ ਬੜੇ ਬੇਸ਼ਕੀਮਤੀ ਹੀਰੇ ਨੇ। ਸੋ ਕਬੀਰ ਜੀ ਮਹਾਰਾਜ ਕਹਿੰਦੇ ਨੇ ਜਿੰਨਾ ਚਿਰ ਪ੍ਰੀਖਸ਼ਕ, ਕੋਈ ਪਾਰਖੂ, ਕੋਈ ਭਾਵਨਾ ਵਾਲਾ, ਮੁੱਲ ਤਾਰਨ ਵਾਲਾ ਨਹੀਂ ਮਿਲਦਾ ਨਾਮ ਦੇ ਹੀਰੇ ਦਾ। ਨਾਮ ਦੇ ਹੀਰੇ ਦਾ ਮੁੱਲ ਕੀ ਹੈ? ਸ਼ਰਧਾ। ਅਗਰ ਐਸਾ ਗੁਰਮੁਖ ਕੋਈ ਮਿਲਦਾ ਹੈ ਤੇ ਉਹਦੇ ਨਾਲ ਫਿਰ ਇਹ ਨਾਮ ਦੇ ਹੀਰਿਆਂ ਦਾ ਵਪਾਰ ਕਰੋ, ਉਹਦੇ ਨਾਲ ਸਾਂਝ ਪਾਉਣੀ ਕਰੋ, ਉਹਦੇ ਨਾਲ ਪ੍ਰਮਾਤਮਾ ਦੀ ਇਹ ਪਾਕ ਬਾਣੀ ਦੀ ਵਿਚਾਰ ਕਰੋ। ਕਹਿੰਦੇ ਫਿਰ ਕੀ ਹੋਵੇਗਾ? ਸਾਟ। ਸਾਟ ਦਾ ਭਾਵ ਹੈ ਫਿਰ ਕਦਰ ਪੈ ਜਾਵੇਗੀ। ਸੋ ਨਾਮ ਦੇ ਹੀਰੇ ਦਾ ਮੁੱਲ ਹੈ ਭਾਵਨਾ, ਸ਼ਰਧਾ। ਜੇ ਤੇਰੇ ਕੋਲ ਹੈ, ਬ੍ਰਹਮ ਦਾ ਗਿਆਨ ਹੈ, ਤੇ ਮਹਾਰਾਜ ਕਹਿੰਦੇ ਇਹਦੀ ਮੰਡੀ ਫਿਰ ਗੁਰਮੁਖਾਂ ਵਿੱਚ ਹੀ ਲੱਗਦੀ ਹੈ। ਮਨਮੁਖਾਂ ਪਾਸ ਇਹ ਹੀਰੇ ਵਪਾਰਕ ਤੌਰ 'ਤੇ ਨਹੀਂ ਰੱਖੇ ਜਾਂਦੇ। ਸੋ ਜਿੱਥੇ ਕੋਈ ਅਧਿਕਾਰੀ ਹੋਵੇ ਉੱਥੇ ਹੀ ਧਰਮ ਦੀ ਬਾਤ ਚੱਲਦੀ ਹੈ। ਅਨਅਧਿਕਾਰੀ ਬੰਦਾ ਇਸ ਨਾਮ ਦੇ ਹੀਰੇ ਦੀ ਕਦਰ ਨਹੀਂ ਜਾਣਦਾ,
ਉਹਨੂੰ ਕੀ ਸਮਝ ਹੈ ਕੱਚ ਕੀ ਹੈ ਤੇ ਹੀਰਾ ਕੀ ਹੈ। ਹਰੀ ਦਾ ਨਾਮ ਹੀਰਾ ਹੈ, ਵਿਕਾਰ ਕੱਚ ਨੇ। ਕੱਚ ਨੂੰ ਛੱਡ ਕੇ ਹਰੀ ਦੇ ਨਾਮ ਰੂਪੀ ਵਪਾਰ ਵਿੱਚ, ਹੀਰੇ ਵਿੱਚ ਲੱਗੋ। ਸੋ ਇਹ ਕਬੀਰ ਜੀ ਮਹਾਰਾਜ ਦਾ ਪਾਕ ਉਪਦੇਸ਼ ਹੈ। ਆਓ ਹਰੀ ਦਾ ਨਾਮ ਬਖਸ਼ਣ ਵਾਲੇ ਖੁਦ ਖੁਦਾ ਗੁਰੂ ਹਰਗੋਬਿੰਦ ਸਾਹਿਬ ਦੀ ਵਡਿਆਈ ਗਾਉਣਾ ਕਰੀਏ। ਇਹ ਜੋ ਪਾਕ ਸ਼ਲੋਕ ਨੇ, ਇਹਨਾਂ ਦੀ ਵਿਚਾਰਦਾਸ ਇੱਥੇ ਸੰਕੋਚ ਕੇ ਅਕਾਲ ਪੁਰਖ ਦੇ ਪਹਿਲੇ ਸਰਗੁਣ ਸਰੂਪ ਗੁਰੂ ਨਾਨਕ ਸਾਹਿਬ ਔਰ ਉਸ ਅਗੰਮੀ ਜੋਤ ਦੇ 6ਵੇਂ ਜਾਮੇ ਗੁਰੂ ਹਰਗੋਬਿੰਦ ਸਾਹਿਬ ਅੱਜ ਦੇ ਦਿਨ ਪ੍ਰਕਾਸ਼ਵਾਨ ਹੋਏ। ਔਰ ਉਹਨਾਂ ਦੇ ਰੁਤਬੇ ਬਾਬਤ ਗੁਰੂ ਗ੍ਰੰਥ ਸਾਹਿਬ ਦੇ ਬੋਲ ਨੇ, ਸਤਿਗੁਰ ਦਾਤਾ ਵੱਡਾ ਵੱਡ ਪੁਰਖ ਹੈ, ਜਿਤ ਮਿਲਿਆ ਹਰ ਉਰ ਧਾਰੇ, ਗੁਰਮੁਖ ਕਥਾ ਸੁਣੀ ਮਨ ਭਾਈ, ਧੰਨ ਧੰਨ ਵੱਡ ਭਾਗ ਹਮਾਰੇ। ਕਹਿੰਦੇ ਉਹ ਵੱਡਾ ਪੁਰਖ ਹੈ। ਇੱਥੇ ਬੜੇ ਲੋਕ ਜੰਮਦੇ ਮਰਦੇ ਨੇ, ਪਰ ਗੁਰੂ ਸਭ ਨੂੰ ਵੱਡਾ ਪੁਰਖ ਹੈ। ਗੁਰੂ ਪਰਮੇਸ਼ਵਰ ਦਾ ਸਰੂਪ ਹੈ। ਗੁਰੂ ਨੂੰ ਮਿਲਦਿਆਂ ਹੀ ਉਹਦੇ ਨਿਰਗੁਣ ਸਰੂਪ ਪਰਮਾਤਮਾ ਤੁਹਾਡੇ ਹਿਰਦੇ ਅੰਦਰ ਟਿਕ ਜਾਣਗੇ। ਗੁਰੂ ਦੀ ਕਥਾ ਸੁਣਦਿਆਂ ਹੀ ਕਹਿੰਦੇ ਤੁਹਾਡੇ ਵੱਡੇ ਭਾਗ ਹੋ ਜਾਣਗੇ। ਤੁਸੀਂ ਖੁਸ਼ੀਆਂ ਖੇੜਿਆਂ ਦੇ ਸਹਿਤ ਹੋ ਜਾਓਗੇ। ਗੁਰੂ ਦੀ ਪਾਕ ਬਾਣੀ ਵਿੱਚ ਐਸੀ ਤਾਕਤ ਹੈ। ਸੋ ਐਸੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਬੜਾ ਅਗੰਮੀ ਮਰਤਬਾ ਹੈ ਉਹਨਾਂ ਦਾ। ਭਾਈ ਨੰਦ ਲਾਲ ਜੀ ਨੇ ਗੰਜਨਾਮੇ ਵਿੱਚ ਵਡਿਆਈ ਗਾਉਂਦਿਆਂ ਬਾਪੂ ਦੀ ਇਹ ਬੋਲ ਕਹੇ ਨੇ, ਸਲਤਨਤੇ ਸ਼ਸ਼ਮਸ਼ ਜਲਵਹਿ ਅਰਾਏ, ਈਸ ਦੀ ਸਵਾਰੇਕ ਵ ਇੰਤਸ਼ਾਰ ਅਫਜ਼ਾਏ, ਕੁਦਸੀ ਬੁਆਰੇਕ। ਉਹ ਕਹਿੰਦੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਤਖਤ ਦੇ 6ਵੇਂ ਵਾਰਸ ਗੁਰੂ ਹਰਗੋਬਿੰਦ ਸਾਹਿਬ ਨੇ। ਗੁਰੂ ਨਾਨਕ ਦੀ ਚਮਕ ਨੂੰ 4 ਚੰਦ ਲਾਉਣ ਵਾਲੇ ਨੇ, ਸੱਚ ਦੀ ਰੌਸ਼ਨੀ ਨੂੰ ਹੋਰ ਪ੍ਰਗਟ ਕਰਨ ਵਾਲੇ ਨੇ, ਪਰਮੇਸ਼ਵਰ ਦਾ ਸਰੂਪ ਨੇ। ਔਰ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਦੀ ਸ਼ਰਨ ਆਉਂਦਾ ਹੈ, ਪਰਮਾਤਮਾ ਦੇ ਉਸ ਨੂੰ ਦੀਦਾਰੇ ਹੋ ਜਾਂਦੇ ਨੇ, ਕਿਉਂਕਿ ਉਹ ਪਰਮਾਤਮਾ ਦਾ ਹੀ ਰੂਪ ਨੇ। ਅਗਮ ਅਗੋਚਰ ਪਾਰ ਬ੍ਰਹਮ ਸਤਿਗੁਰ ਦਰਸਾਇਓ। ਜਿਹੜਾ ਪਰਮਾਤਮਾ ਸੁਣੀਦਾ ਹੈ ਨਾ, ਅਗੰਮ ਹੈ, ਗਮਤਾ ਵਿੱਚ ਨਹੀਂ ਆਉਂਦਾ, ਅੱਖਾਂ ਦਾ ਵਿਸ਼ਾ ਨਹੀਂ, ਅਗੋਚਰ ਹੈ, ਪੁੰਨਾਂ ਪਾਪਾਂ ਤੋਂ ਪਰੇ ਹੈ, ਰਚਨਾ ਤੋਂ ਪਰੇ ਹੈ, ਪਾਰ ਬ੍ਰਹਮ ਹੈ। ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਗੁਰੂ ਨਾਨਕ ਉਹ ਪਰਮਾਤਮਾ ਦਿਖਾ ਦਿੰਦੇ ਨੇ, ਦਰਸ਼ਨ ਕਰਵਾ ਦਿੰਦੇ ਨੇ। ਕਹਿੰਦੇ ਦਾ ਸੁਪਰੀਮ ਲਾਰਡ ਇਜ਼ ਰਿਵੀਲਡ ਥਰੂ ਦਾ ਟਰੂ ਗੁਰੂ। ਪਰਮਾਤਮਾ ਗੁਰਾਂ ਦੇ ਰਾਹੀਂ ਪ੍ਰਾਪਤ ਹੁੰਦਾ ਹੈ। ਕਹਿੰਦੇ ਉਹ ਸੱਚ ਦੀ ਰੌਸ਼ਨੀ ਨੂੰ, ਨੂਰ ਨੂੰ ਬਖੇਰਨ ਵਾਲੇ ਨੇ ਔਰ ਆਪਣੇ ਪਿਆਰਿਆਂ ਦੀ ਝੋਲੀ, ਮਨੁੱਖਤਾ ਦੀ ਝੋਲੀ ਮਿਹਰਾਂ ਖਿਲਾਰਨ ਵਾਲੇ ਨੇ। ਗੁਰੂ ਹਰਗੋਬਿੰਦ ਸਾਹਿਬ ਐਸੀ ਮਹਾਨ ਹਸਤੀ ਨੇ, ਸਭ ਕਿਛ ਵਸਗਤ ਸਾਹਿਬੈ, ਆਪੇ ਕਰਨ ਕਰੇਵ, ਸਤਿਗੁਰ ਕਹਿ ਬਲਿਹਾਰਣੇ, ਮਨਸਾ ਸਭ ਪੂਰੇਵ। ਗੁਰੂ ਤੋਂ ਬਲਿਹਾਰੇ ਜਾਓ, ਮਨ ਦੀ ਹਰ ਇੱਛਾ ਪੂਰੀ ਕਰਨ ਵਾਲਾ ਹੈ, ਝੋਲੀਆਂ ਭਰਨ ਵਾਲਾ ਹੈ, ਮਿਹਰਾਂ ਖਿਲਾਰਨ ਵਾਲਾ ਹੈ। ਹੁਣ ਬੜੀ ਸੰਗਤ ਗੁਰੂ ਅਰਜਨ ਸਾਹਿਬ ਦੇ ਚਰਨਾਂ ਵਿੱਚ ਆਉਂਦੀ ਹੈ। ਖੁਦਾ ਦਾ ਸਰੂਪ ਨੇ, ਝੋਲੀਆਂ ਭਰਦੇ ਨੇ। ਬਾਣੀ ਕਹਿੰਦੀ ਹੈ ਨਾ, ਧਰਨ ਗਗਨ ਨਵ ਖੰਡ ਮਹਿ, ਜੋਤ ਸਵਾਰੂਪੀ ਰਹਿਓ ਭਰ, ਭੰਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ, ਹੀ ਇਜ਼ ਦਾ ਲਾਰਡ, ਖੁਦਾ ਦਾ ਰੂਪ ਹੈ ਉਹ। ਰੰਚਕ ਮਾਤਰ ਫਰਕ ਨਹੀਂ ਖੁਦਾ ਤੇ ਗੁਰੂ ਅਰਜਨ ਸਾਹਿਬ 'ਚ। ਮਾਤਾ ਗੰਗਾ ਜੀ ਅੱਜ ਚਰਨਾਂ ਵਿੱਚ ਖਲੋਤੇ ਨੇ, ਗਲ ਵਿੱਚ ਪੱਲਾ ਪਾ ਕੇ, ਗੁਰੂ ਕੇ ਮਹਿਲ। ਤੇ ਮਾਂ ਦੇ ਗਲੂਏ ਦੇ ਬੋਲ ਸਨ, ਸਿੱਖਨ ਹਜ਼ਾਰਨ ਕੀ ਕਾਮਨਾ ਕੋ ਕਰੋ ਪੂਰ, ਵਿੱਤ ਸੁਖ ਆਦਿਕ ਸਕਲ ਸੁਖ ਦਾਏ ਕੋ।
आप समरथ नाथ सबे बिद हाथ बिखै, किरपा साथ कहो बाक सुंदर नंद को। मां कहंदी तुसीं सब दियां झोलियां भरदे हो, अपने घर पुत्र नहीं है, गुरता गद्दी दा मालक नहीं है। ते आ ਜਿਹੜੇ ਆਪਣੇ ਸ਼ਰੀਕ ਨੇ ਨਾ, ਇਹ ਰੋਜ਼ ਕਹਿੰਦੇ ਸੁਣੀਦੇ ਨੇ ਵੀ ਇਹਨਾਂ ਘਰ ਕਿਹੜਾ ਕੋਈ ਪੁੱਤਰ ਹੋਣਾ ਹੈ, ਗੱਦੀ ਤੇ ਮਿਹਰਬਾਨ ਨਹੀਂ ਸਾਂਭਣੀ ਹੈ, ਬਾਬਾ ਪ੍ਰਿਥਵੀ ਚੰਦ ਦੇ ਲੜਕੇ ਨਹੀਂ ਸਾਂਭਣੀ ਹੈ। ਇਹ ਠੀਕ ਹੈ, ਉਹ ਸਭ ਦੀ ਝੋਲੀ ਭਰਦੇ ਨੇ। ਜਿਤੜੇ ਫਲ ਮਨ ਬਾਂਛੀ ਹੈ, ਤਿਤੜੈ ਸਤਗੁਰ ਪਾਸ। ਜੋ ਮੰਗ ਲਓ ਗੁਰੂ ਪਾਸੋਂ ਮਿਲ ਜਾਂਦਾ ਹੈ, ਜੋ ਵੀ ਤੇਰੇ ਮਨ ਦੀ ਇੱਛਾ ਹੈ। ਆਲ ਦਾ ਰਿਵਾਰਡਸ ਵਿਚ ਦਾ ਮਾਈਂਡ ਡਿਜ਼ਾਇਰਸ ਔਰ ਵਿਦ ਦਾ ਟਰੂ ਗੁਰੂ। ਮਨ ਜੋ ਵੀ ਇੱਛਿਤ ਫਲ ਚਾਹੁੰਦਾ ਹੈ, ਗੁਰੂ ਅੱਗੇ ਝੋਲੀ ਅੱਡੇ ਮਿਲ ਜਾਂਦਾ ਹੈ। ਮਾਂ ਨੇ ਮੰਗ ਰੱਖੀ, ਗੁਰੂ ਸਾਹਿਬ ਅੰਤਰ ਧਿਆਨ ਹੋਏ ਤੇ ਸਹਿ ਸੁਭਾ ਕਹਿੰਦੇ ਆਪਣੇ ਕਰਮਾਂ ਵਿੱਚ ਪੁੱਤਰ ਹੈ ਨਹੀਂ ਹੈ, ਕਰਮਾਂ ਵਿੱਚ ਕਾਕਾ ਨਹੀਂ ਹੈ। ਤੇ ਮਾਤਾ ਗੰਗਾ ਜੀ ਕਹਿੰਦੇ ਤੁਸੀਂ ਅਕਾਲ ਪੁਰਖ ਦਾ ਸਰੂਪ ਹੋ, ਜੋ ਨਿਰਗੁਣ ਹਰ ਜ਼ਰੇ 'ਚ ਸਮਾਇਆ ਹੈ। ਜੇ ਕਰਮਾਂ ਵਿੱਚ ਉਦੋਂ ਨਹੀਂ ਲਿਖਿਆ ਤੇ ਅੱਜ ਲਿਖ ਦਿਓ, ਕਿਰਪਾ ਕਰ ਦਿਓ। ਤੇ ਗੁਰੂ ਸਾਹਿਬ ਕਹਿੰਦੇ ਸਾਡਾ ਇਹ ਸੁਭਾਅ ਹੈ, ਬਿਰਧ ਹੈ, ਜੋ ਸ਼ਰਨ ਵਿੱਚ ਆਉਂਦਾ ਹੈ ਝੋਲੀਆਂ ਭਰ ਦਿੰਦੇ ਹਾਂ। ਪਰ ਜਿੱਥੇ ਆਪਣੇ ਘਰ ਦੀ ਗੱਲ ਹੈ ਨਾ, ਜੋ ਸਾਡੇ ਨਿਰਗੁਣ ਸਰੂਪ ਨੇ ਕਰਮਗਤ ਲਿਖੀ ਹੈ, ਉਹ ਅਸੀਂ ਭਾਣਾ ਮੰਨਣਾ ਹੈ। ਅਸੀਂ ਜੇ ਆਪ ਉਹਦੀ ਕਰਮਗਤ ਨੂੰ ਫੋਲੋ ਨਹੀਂ ਕਰਾਂਗੇ ਤੇ ਲੋਕਾਂ ਨੂੰ ਭਾਣਾ ਮੰਨਣ ਦਾ ਹੁਕਮ ਕਿਵੇਂ ਦੇਵਾਂਗੇ। ਮਹਾਰਾਜ ਤੁਸੀਂ ਸੇਵਕਾਂ ਦੀਆਂ ਝੋਲੀਆਂ ਭਰਨ ਵਾਲੇ ਹੋ, ਉਹਨਾਂ ਦੀ ਕਰਮਗਤ ਵੀ ਬਦਲ ਦਿੰਦੇ ਹੋ। ਜਿਨ੍ਹਾਂ ਦੀ ਕਰਮਗਤ ਵਿੱਚ ਪੁੱਤਰ ਨਹੀਂ ਨਾ, ਕਿਰਪਾ ਕਰ ਦਿੰਦਾ ਹੈ ਬਾਪੂ, ਫਿਰ ਵੀ ਝੋਲੀਆਂ ਭਰ ਦਿੰਦਾ ਹੈ। ਉਹੀ ਨਿਰਗੁਣ ਸਰਗੁਣ ਹੈ, ਸਾਰੀ ਖੇਡ ਹੀ ਉਹਦੇ ਹੱਥ ਹੈ। ਪਰ ਆਪਣੇ ਘਰ ਵਿੱਚ ਪਾਤਸ਼ਾਹ ਅਜ਼ਮਤ ਦਿਖਾਉਣੀ ਠੀਕ ਨਹੀਂ ਸਮਝਦੇ, ਕਿਉਂਕਿ ਜੇ ਆਪਣੇ ਘਰ ਵਿੱਚ ਅਜ਼ਮਤ ਦਿਖਾਉਣਗੇ, ਲੋਕਾਂ ਕਹਿਣਾ ਭਾਣੇ ਵਿੱਚ ਨਹੀਂ ਰਹੇ, ਸੁੱਖ ਦੁੱਖ ਵਿੱਚ ਸਮ ਨਹੀਂ ਰਹੇ। ਇਹਨਾਂ ਨੂੰ ਤੇ ਇੱਛਾ ਹੈ, ਇਹਨਾਂ ਨੂੰ ਤੇ ਆਸਾ ਹੈ। ਤੇ ਜਿਹੜਾ ਪੂਰਾ ਗੁਰੂ ਹੁੰਦਾ ਹੈ, ਉਹ ਤੇ ਆਸਾ ਤੋਂ ਮਨਸਾ ਤੋਂ ਉੱਪਰ ਹੁੰਦਾ ਹੈ। ਜਿਹਦਾ ਹਜੇ ਮੰਗਣਾ ਚੱਲ ਰਿਹਾ ਹੈ ਨਾ, ਭਾਵ ਜਿਹਦੇ ਅੰਦਰ ਹਜੇ ਮੰਗਾਂ ਨੇ, ਛਾਵਾਂ ਨੇ, ਉਹ ਪੂਰਾ ਕਿੱਥੇ ਹੈ? ਪੂਰਾ ਤੇ ਭਰਿਆ ਹੁੰਦਾ ਹੈ, ਪੂਰਾ ਤੇ ਵੰਡਣ ਵਾਲਾ ਹੁੰਦਾ ਹੈ। ਪਰ ਮਾਂ ਤੇ ਮਾਂ ਹੁੰਦੀ ਹੈ, ਤੇ ਮਾਵਾਂ ਨੂੰ ਬੱਚਿਆਂ ਦਾ ਤੇ ਬੜਾ ਹੈ। ਮਾਤਾ ਗੰਗਾ ਕਹਿੰਦੀ ਮਹਾਰਾਜ ਫਿਰ ਤੁਸੀਂ ਕੋਈ ਰਸਤਾ ਦਿਖਾ ਦਿਓ, ਜੇ ਘਰ ਵਿੱਚ ਅਜ਼ਮਤ ਨਹੀਂ ਵਿਖਾਉਣੀ। ਤੇ ਬਾਪੂ ਗੁਰੂ ਅਰਜਨ ਸਾਹਿਬ ਦੇ ਬੋਲ ਨੇ, ਰਾਖਾ ਰਹਿ ਘਾਸ ਕੋ ਨਾ ਗਮਨੈ ਆਵਾਸ ਕੋ, ਦਰਸੋ ਕਰਤਾਸ ਕੋ ਸ਼ਕਤ ਬਰ ਦੇਨ ਕੀ, ਸਾਹਿਬ ਸੋ ਬੁੱਢਾ ਨਾਮ ਮਹਾਗੁਣ ਬ੍ਰਿੰਦ ਧਾਮ, ਗਿਆਨ ਅਭਿਰਾਮ ਸ਼ੇਰ ਮੋਹ ਸਮ ਏਨ ਕੀ। ਕਹਿੰਦੇ ਨਾਮ ਹੈ ਬਾਬਾ ਬੁੱਢਾ, ਸਾਡੇ ਘਰ ਦਾ ਹੈ ਸੇਵਕ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਹੁਣ ਤੱਕ ਸੇਵਾ ਕਰ ਰਹੇ ਨੇ, ਘਰ ਤੇ ਜਾਂਦੇ ਹੀ ਨਹੀਂ। ਔਰ ਉਹਨਾਂ ਕੋਲ ਇਹ ਸ਼ਕਤੀ ਹੈ, ਜੇ ਉਹ ਬੇਨਤੀ ਕਰ ਦੇਣ, ਅਰਦਾਸ ਕਰ ਦੇਣ, ਤੇ ਫਿਰ ਅਸੀਂ ਕਰਮਗਤ ਵੀ ਬਦਲ ਸਕਦੇ ਹਾਂ। ਗੁਰੂ ਨਾਨਕ ਸਾਹਿਬ ਅੱਗੇ ਉਹ ਬੇਨਤੀ ਕਰ ਦੇਣ। ਕਹਿੰਦੇ ਮੇਰਾ ਇੱਕ ਸੁਭਾਅ ਹੈ, ਮੈਂ ਕੋਈ ਪ੍ਰਤਿੱਗਿਆ ਵੀ ਕਰਾਂ ਨਾ, ਮੈਂ ਕੋਈ ਬਚਨ ਵੀ ਕਰਾਂ, ਮੈਂ ਕੋਈ ਵਰ ਸ਼ਰਾਪ ਵੀ ਦੇ ਦੇਵਾਂ, ਤੇ ਮੇਰਾ ਜਿਹੜਾ ਭਗਤ ਹੈ ਨਾ, ਮੇਰਾ ਜਿਹੜਾ ਪਿਆਰਾ ਹੈ, ਉਹ ਹੱਥ ਬੰਨ੍ਹ ਕੇ ਮੈਨੂੰ ਬੇਨਤੀ ਕਰ ਦਵੇ ਵੀ ਬਾਪੂ ਜੀ ਇਹ ਨਹੀਂ ਕਰਨਾ, ਤੇ ਕਹਿੰਦੇ ਮੈਂ ਆਪਣੀ ਪ੍ਰਤਿੱਗਿਆ ਨੂੰ ਵੀ ਪਾਸੇ ਰੱਖ ਦਿੰਦਾ ਵੀ ਮੈਂ ਆਪਣੇ ਲਖਤੇ ਜਿਗਰ ਦੀ ਭਗਤ ਦੀ ਮੰਨਣੀ ਹੈ। ਪਰ ਜੇ ਭਗਤ ਕੋਈ ਪ੍ਰਤਿੱਗਿਆ ਕਰ ਲਵੇ
ਜੇ ਕੋਈ ਮਹਾਂਪੁਰਸ਼ ਗਲੂਏ ਚੋਂ ਬੋਲ ਕੱਢ ਦਵੇ, ਮੈਂ ਫਿਰ ਉਹਦੀ ਬੰਦੀ ਨੂੰ ਖੋਲ ਨਹੀਂ ਸਕਦਾ, ਉਹਦੀ ਮਾਰੀ ਗੰਢ ਨੂੰ ਖੋਲ ਨਹੀਂ ਸਕਦਾ। ਮਹਾਂਪੁਰਸ਼ਾਂ ਦਾ ਮੈਂ ਇੰਨਾ ਮਾਣ ਕਰਦਾ, ਮੇਰੀ ਬਾਂਦੀ ਭਗਤ ਛਡਾਵੈ ਬਾਂਧੈ ਭਗਤ ਨਾ ਛੂਟੈ ਮੋਹੈ। ਇਹ ਠੀਕ ਹੈ, ਕਰਮਗਤ ਵਿੱਚ ਨਹੀਂ ਹੈ, ਗੰਢ ਵੱਜੀ ਹੋਈ ਹੈ। ਜੇ ਖੋਲਣੀ ਚਾਹਵੇ ਤੇ ਬਾਬਾ ਬੁੱਢਾ ਖੋਲ ਸਕਦਾ ਏ। ਉਹਨਾਂ ਦੀ ਅਰਦਾਸ ਅਸੀਂ ਕਬੂਲ ਕਰ ਲਵਾਂਗੇ। ਹੁਣ ਬਾਬਾ ਬੁੱਢਾ ਸਾਹਿਬ ਗੁਰਾਂ ਦੇ ਸੇਵਕ ਨੇ ਤੇ ਆਪਣੇ ਪਿਆਰਿਆਂ ਦੀ ਵਡਿਆਈ ਬਾਪੂ ਕਰਵਾਉਂਦਾ ਹੈ। ਤੁਸੀਂ ਘਰਾਂ ਵਿੱਚ ਹੀ ਵੇਖੋ, ਤੁਸੀਂ ਕੋਈ ਆਪ ਮੱਲ ਮਾਰੋ ਨਾ, ਕੋਈ ਮਰਾਤਬਾ ਹਾਸਲ ਕਰੋ, ਤੁਹਾਨੂੰ ਖੁਸ਼ੀ ਹੁੰਦੀ ਹੈ। ਪਰ ਜੇ ਉਹੀ ਰੁਤਬਾ ਤੁਹਾਡੇ ਲਖਤੇ ਜਿਗਰ ਨੂੰ, ਦਿਲਬੰਦ ਨੂੰ, ਫਰਜ਼ੰਦ ਨੂੰ ਹਾਸਲ ਹੋਵੇ ਤੇ ਤੁਹਾਡੀ ਛਾਤੀ ਦੂਣੀ ਚੌੜੀ ਹੁੰਦੀ ਵੀ ਮੇਰੇ ਕਾਕੇ ਨੇ ਮੇਰਾ ਨਾਮ ਰੋਸ਼ਨ ਕਰ ਦਿੱਤਾ ਹੈ। ਬਾਪ ਬੱਚੇ ਦੀ ਵਡਿਆਈ ਵਿੱਚ ਬਹੁਤਾ ਖੁਸ਼ ਹੁੰਦਾ ਹੈ। ਮਹਾਂਪੁਰਸ਼ ਅਕਾਲ ਪੁਰਖ ਦੇ ਲਖਤੇ ਜਿਗਰ ਨੇ ਸਾਧੂਆਂ ਦੀ ਵਡਿਆਈ ਕਰਵਾ ਕੇ ਬਾਪੂ ਗੁਰੂ ਅਰਜਨ ਸਾਹਿਬ ਬੜੇ ਖੁਸ਼ ਹੁੰਦੇ ਨੇ। ਕਰਨ ਵਾਲੇ ਸਭ ਆਪ ਹੀ ਨੇ। ਹੁਣ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਸਤਿਗੁਰ ਕੈ ਭਾਣੈ ਜੋ ਚੱਲੈ ਤਿਸ ਵਡਿਆਈ ਵੱਡੀ ਹੋਏ। ਜਿਹੜਾ ਗੁਰੂ ਦੇ ਹੁਕਮ ਵਿੱਚ ਚੱਲਦਾ ਸੇਵਾਦਾਰ, ਉਹਦੀ ਬੜੀ ਵਡਿਆਈ ਹੈ। ਕੋਈ ਅੰਤ ਹੈ ਬਾਬਾ ਬੁੱਢਾ ਜੀ ਦੀ ਵਡਿਆਈ ਦਾ? ਕੋਈ ਅੰਤ ਨਹੀਂ। ਮਾਤਾ ਗੰਗਾ ਜੀ ਅੰਮ੍ਰਿਤ ਵੇਲੇ ਉੱਠੇ। ਲੰਮਾ ਇਤਿਹਾਸ ਹੈ, ਮੈਂ ਸੰਖੇਪ ਵਿੱਚ ਹੀ ਜ਼ਿਕਰ ਕਰਾਂ। ਜਾਣਦੇ ਨੇ ਬਾਬਾ ਬੁੱਢਾ ਜੀ ਜ਼ਮੀਂਦਾਰ ਕਿਸਾਨ ਨੇ, ਬੀੜ ਸਾਹਿਬ ਵਿਖੇ ਰਹਿੰਦੇ ਨੇ, ਜਿਹਨੂੰ ਆਪਾਂ ਬੀੜ ਬਾਬਾ ਬੁੱਢਾ ਸਾਹਿਬ ਕਹਿੰਦੇ ਅੱਜ ਕੱਲ੍ਹ। ਗੁਰੂ ਕੇ ਖੇਤ ਨੇ, ਉੱਥੇ ਸੇਵਾ ਕਰਦੇ ਨੇ। ਤੇ ਜਿਹੜੇ ਜ਼ਿਮੀਂਦਾਰ ਹੁੰਦੇ ਨਾ, ਉਹਨਾਂ ਦਾ ਸੁਭਾਅ ਹੁੰਦਾ ਹੈ ਸੁਭਾਵਕ ਹੀ ਮਿੱਸੀਆਂ ਰੋਟੀਆਂ ਗੰਢਿਆਂ ਦੇ ਨਾਲ, ਲੱਸੀ ਮੱਖਣ ਘਿਓ ਦੇ ਨਾਲ ਛਕ ਕੇ ਖੁਸ਼ ਰਹਿੰਦੇ ਨੇ। ਮਾਤਾ ਜੀ ਨੇ ਹੱਥੀਂ ਭੋਜਨ ਤਿਆਰ ਕੀਤਾ ਤੇ ਚੱਲ ਪਏ ਨੇ ਬੀੜ ਬਾਬਾ ਬੁੱਢਾ ਸਾਹਿਬ ਜੀ ਵੱਲ, ਅੰਮ੍ਰਿਤਸਰ ਦੀ ਪਾਕ ਧਰਤੀ ਤੋਂ। ਜਦੋਂ ਚੱਲ ਪਏ ਨਾ ਅੰਮ੍ਰਿਤਸਰ ਦੇ ਇਲਾਕੇ ਤੋਂ, ਤੇ ਬਾਪੂ ਨੇ ਤੱਕਿਆ ਹੈ ਵੀ ਮਾਂ ਆਉਂਦੀ ਹੈ, ਤੇ ਦੌੜ ਕੇ ਅੱਗੇ ਹੋਏ। ਮਾਤਾ ਜੀ ਦੇ ਸੀਸ ਤੋਂ ਜਿਹੜੀ ਪੋਟਲੀ ਸੀ, ਜੋ ਪ੍ਰਸ਼ਾਦਾ ਪਾਣੀ ਸੀ, ਉਹ ਥੱਲੇ ਲਵਾਇਆ। ਪ੍ਰਸ਼ਾਦਾ ਛਕਿਆ ਤੇ ਗਲੂਏ ਮੁਬਾਰਕ ਦੇ ਬੋਲ ਨੇ ਬਾਬਾ ਬੁੱਢਾ ਜੀ ਦੇ, ਸੁਤ ਕੋ ਸ਼ੁੱਧਤ ਜਨਨ ਜਬ ਜਾਨਤ ਸਭ ਤਜ ਕਰ, ਤਸ ਕੋ ਤ੍ਰਿਪਤਾਏ ਤਿਮਹੇ ਮਾਤ ਮੋਹੇ ਤ੍ਰਿਪਤਾਇਸ, ਸ਼ੁੱਧਤ ਤ੍ਰਿਖਤ ਲਖ ਕੈ ਸਹਸਾਏ। ਮਾਂ, ਬੱਚਿਆਂ ਨਾਲ ਆਂਦਰਾਂ ਦਾ ਮੋਹ ਹੁੰਦਾ ਤੇਰਾ। ਬਾਣੀ ਕਹਿੰਦੀ ਹੈ ਨਾ, ਜੈਸੇ ਭੂਖੇ ਭੋਜਨ ਮਾਤ। 5-7 ਕਾਕੇ ਹੋਣ ਨਾ ਮਾਈ ਦੇ, ਤੇ ਉਹਨੂੰ ਪਤਾ ਹੁੰਦਾ ਵੀ ਵੱਡੇ ਨੂੰ ਇਸ ਟਾਈਮ ਭੁੱਖ ਲੱਗਦੀ ਹੈ, ਛੋਟੇ ਨੂੰ ਇਸ ਟਾਈਮ ਭੁੱਖ ਲੱਗਦੀ ਹੈ, ਇਹਨੂੰ ਇਸ ਟਾਈਮ ਤੇ ਇਹਨੂੰ ਇਸ ਟਾਈਮ। ਮੂੰਹੋਂ ਵੀ ਨਹੀਂ ਮੰਗਣਾ ਪੈਂਦਾ ਮਾਂ ਕੋਲੋਂ ਭੋਜਨ, ਕਿਉਂਕਿ ਉਹਨੇ 9-10 ਮਹੀਨੇ ਆਪਣੀਆਂ ਆਂਦਰਾਂ ਵਿੱਚ ਤੈਨੂੰ ਪਾਲਿਆ ਹੈ, ਤੂੰ ਉਹਦਾ ਹੀ ਤੇ ਟੁਕੜਾ ਹੈ। ਸੋ ਤੇਰੇ ਅੰਦਰ ਦੀ ਬੁੱਝ ਲੈਂਦੀ ਹੈ ਮਾਂ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹ ਬੁੱਝਦੀ ਹੈ। ਮਤਰੇਈ ਮਾਂ ਨਹੀਂ ਬੁੱਝ ਸਕਦੀ, ਕਿਉਂਕਿ ਉਹਨੇ ਜਨਮ ਨਹੀਂ ਦਿੱਤਾ, ਪਰ ਮਾਂ ਬੁੱਝ ਲੈਂਦੀ ਹੈ। ਔਰ ਭੋਜਨ ਦੇ ਕੇ ਤ੍ਰਿਪਤ ਕਰਵਾ ਦਿੰਦੀ ਹੈ ਬੱਚੇ ਨੂੰ। ਬਾਬਾ ਬੁੱਢਾ ਜੀ ਕਹਿੰਦੇ, ਭੁੱਖੇ ਬਾਲਕ ਨੂੰ ਮਾਂ ਰਜਾਉਂਦੀ ਹੈ। ਤੇ ਮਾਂ, ਮੈਂ ਸੇਵਾ ਕਰਦਾ ਸੀ ਤੁਹਾਡੇ ਘਰ ਦੀ, ਖੇਤਾਂ ਦੀ, ਮੈਨੂੰ ਲੱਗੀ ਸੀ ਭੁੱਖ, ਤੁਸੀਂ ਆਪਣੇ ਲਖਤੇ ਜਿਗਰ ਦੀ ਭੁੱਖ ਮਿਟਾਉਣ ਲਈ ਪ੍ਰਸ਼ਾਦਾ ਲੈ ਕੇ ਆਏ ਹੋ, ਤੁਹਾਡਾ ਧੰਨਵਾਦ ਹੈ। ਜਗਤ ਮਾਤਾ ਹੈ ਨਾ ਮਾਤਾ ਗੰਗਾ, ਚਾਹੇ ਤੂੰ ਬਿਰਧ ਹੈ, ਚਾਹੇ ਜਵਾਨ ਹੈ, ਚਾਹੇ ਬੱਚਾ ਹੈ। ਗੁਰੂ ਅਰਜਨ ਸਾਹਿਬ ਸਾਡਾ ਬਾਪੂ ਤੇ ਮਾਤਾ ਸਾਡੀ ਮਾਤਾ ਗੰਗਾ। ਗੁਰੂ ਗੋਬਿੰਦ ਸਿੰਘ ਸਾਡੇ ਬਾਪੂ ਤੇ ਮਾਂ ਸਾਡੀ ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ, ਮਾਤਾ ਜੀਤ ਕੌਰ। ਦੀਨ ਦੁਨੀਆ ਦੇ ਮਾਲਕ ਗੁਰੂ ਅਰਜਨ ਸਾਹਿਬ ਦੇ ਮਹਿਲਾਂ ਨੂੰ ਬਾਬਾ ਬੁੱਢਾ ਜੀ ਬੜਾ ਸਤਿਕਾਰ ਦੇ ਰਹੇ ਨੇ। ਮਾਤਾ ਜੀ ਨੇ ਬੇਨਤੀ ਕੀਤੀ ਹੱਥ ਜੋੜ ਕੇ, ਤੁਸੀਂ ਮਹਾਂਪੁਰਸ਼ ਹੋ, ਗੁਰਤਾ ਗੱਦੀ ਦਾ ਵਾਰਸ ਨਹੀਂ ਹੈ ਘਰ ਵਿੱਚ,
ਤੇ ਤੁਸੀਂ ਅਰਦਾਸ ਕਰੋ, ਗੁਰੂ ਨਾਨਕ ਸਾਹਿਬ ਕਿਰਪਾ ਕਰ ਦੇਣ। ਤੇ ਬਾਬਾ ਬੁੱਢਾ ਜੀ ਨੇ ਅੱਗੋਂ ਜਵਾਬ ਪਤਾ ਕੀ ਦਿੱਤਾ ਮਾਂ ਨੂੰ? ਬੁੱਢੇ ਸ਼ਰੋਨ ਸੁਨ ਕੈ ਜਵਾਬ ਦੀਨ ਭੰਨ ਕੈ, ਤਨੁਜ ਕਹਾਂ ਮੋਹੇ ਢਿੱਗ ਕਾਹੀ ਗੁਰ ਧਾਮ ਕੋ, ਰਾਖਾ ਰਹੋ ਬੀੜ ਕੋ, ਸ਼ਗਤ ਮੋਹ ਮੈਂ ਕਹਾਂ ਅਸ, ਸੇਵਕ ਸਦਾ ਕੇ ਕਰੈ ਕਾਮ ਅਭਿਰਾਮ ਕੋ। ਮਾਂ ਮੈਂ ਤੁਹਾਡੇ ਘਰ ਦਾ ਕਾਹੀ ਹਾਂ, ਤੁਹਾਡੇ ਘਰ ਦਾ ਮੈਂ ਸੇਵਕ ਹਾਂ, ਹੋਰਾਂ ਸੇਵਕਾਂ ਨੂੰ ਇਕੱਠੇ ਕਰਕੇ ਤੁਹਾਡੇ ਘਰ ਦੀ ਮੈਂ ਸੇਵਾ ਕਰਦਾ ਹਾਂ, ਰਾਖਾ ਹਾਂ ਇਸ ਬੀੜ ਦਾ, ਇਹਨਾਂ ਖੇਤਾਂ ਦਾ। ਤੇ ਮੈਂ ਭਲਾ ਪੁੱਤਰ ਦੀ ਦਾਤ ਕਿੱਥੋਂ ਦੇ ਸਕਦਾ ਹਾਂ? ਮੈਂ ਤੇ ਤੁਹਾਡਾ ਸੇਵਾਦਾਰ ਹਾਂ, ਮੇਰੇ ਵਿੱਚ ਐਸੀ ਸ਼ਕਤੀ ਨਹੀਂ ਹੈ। ਸਰਬ ਸ਼ਕਤੀਮਾਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਤੁਹਾਡੇ ਸਿਰ ਦੇ ਸਾਈਂ ਨੇ, ਆਪ ਗੁਰੂ ਪੂਰਨ ਹੈ। ਪੂਰਤ ਮਨੋਰਥਨ ਜਚਤ ਹਜ਼ਾਰੋਂ ਦਾਸ, ਲੇਹ ਤਿੰਨ ਨਾਮ ਕੋ, ਕੋਸ ਹੋਏ ਸੈਂਕੜੇ, ਅਰਾਧੇ ਜਨ ਭੈ ਧਰੇ, ਸਹਾਏ ਜਾਏ ਕਹਿ ਕਰੇ, ਬੇਦਾਰੈ ਰਿਪ ਧਾਮ ਕਉ। ਕਹਿੰਦੇ ਗੁਰੂ ਪੂਰਾ, ਹਜ਼ਾਰਾਂ ਕੋਹਾਂ ਤੇ ਵੀ ਗੁਰੂ ਨੂੰ ਯਾਦ ਕਰੋ ਤੇ ਗੁਰੂ ਬੌੜਦਾ ਹੈ, ਗੁਰੂ ਰੱਖਿਆ ਕਰਦਾ ਹੈ। ਗੁਰੂ ਮਾਲਕ ਹੈ ਮਾਂ, ਮੈਂ ਕੌਣ ਹਾਂ ਦਾਤ ਦੇਣ ਵਾਲਾ? ਬਾਣੀ ਕਹਿੰਦੀ ਹੈ ਨਾ, ਸਤਿਗੁਰ ਨੂੰ ਜੇਹਾ ਕੋ ਇਸ਼ਦਾ, ਤੇਹਾ ਫਲ ਪਾਏ ਕੋਏ। ਮਾਤਾ ਜੀ ਨੇ ਫਿਰ ਬੇਨਤੀ ਕੀਤੀ। ਮਾਤਾ ਜੀ ਕਹਿੰਦੇ ਦਾਤਾਰ ਗੁਰੂ ਨੇ, ਜੇ ਤੁਸੀਂ ਸਿਫਾਰਿਸ਼ ਕਰਦੇ ਹੋ, ਅਰਦਾਸ ਕਰਦੇ ਹੋ, ਤੇ ਸਾਨੂੰ ਭਰੋਸਾ ਹੈ ਮਹਾਂਪੁਰਸ਼ੋ ਤੁਹਾਡਾ ਬਚਨ ਗੁਰੂ ਪਾਤਸ਼ਾਹ ਕਦੇ ਨਹੀਂ ਮੋੜਦੇ, ਕਿਉਂਕਿ ਪਰਿਵਾਰ ਨਾਲੋਂ ਵੀ ਨੇੜੇ ਗੁਰੂ ਨੂੰ ਸਿੱਖ ਹੁੰਦਾ ਹੈ, ਪਿਆਰਾ ਹੁੰਦਾ ਹੈ। ਤੁਸੀਂ ਪੰਜ ਗੁਰੂ ਸਾਹਿਬਾਨਾਂ ਦੀ ਸੇਵਾ ਕੀਤੀ ਹੈ, ਅਰਦਾਸ ਕਰ ਦਿਓ। ਜਦੋਂ ਮਾਤਾ ਜੀ ਨੇ ਵਾਰ-ਵਾਰ ਬੇਨਤੀ ਕੀਤੀ ਤੇ ਬਾਬਾ ਬੁੱਢਾ ਜੀ ਖੇੜੇ ਵਿੱਚ ਆ ਕੇ ਕਹਿੰਦੇ, ਹੈ ਤੇ ਮਾਂ ਤੁਹਾਡੇ ਘਰ ਦਾ ਸੇਵਕ, ਮੈਂ ਮਾਂ ਤੇਰੇ ਮਨ ਨੂੰ ਤ੍ਰਿਪਤੀ ਹੋ ਜਾਵੇ ਗੁਰੂ ਅੱਗੇ ਅਰਦਾਸ ਕਰਦਾ ਹਾਂ। ਉਧਰੋਂ ਬੱਦਲ ਗਰਜਿਆ, ਬਿਜਲੀ ਚਮਕੀ, ਤੇ ਖੇੜੇ ਵਿੱਚ ਆ ਕੇ, ਕਿਸੇ ਰੌਂ ਵਿੱਚ ਆ ਕੇ, ਕਿਸੇ ਅਗੰਮੀ ਰਸ ਵਿੱਚ ਆ ਕੇ ਬਾਬਾ ਬੁੱਢਾ ਜੀ ਕਹਿੰਦੇ, ਬੋਲਿਓ ਬੜ ਉਤਸ਼ਾਹਾ ਬਠਾਵਤ, ਧਨ ਮਾਤ ਆਵਨ ਪਾਤੋਹੇ, ਰਣ ਪ੍ਰੇ ਰਣ ਕਮਸ਼ਾਨ ਮਚਾਵੈ ਹੈ, ਦੁਸ਼ਟ ਖਪਾਵੈ ਹੈ ਕਰ ਕੈ ਕਰੋਹੇ, ਜਥਾ ਸੋ ਕੁੰਦਕ ਅਬ ਮੈਂ ਫੋਰੇ, ਤਿਮ ਮੁਗਲਨ ਕੇ ਫੋਰੇ ਸੀਸ, ਜਿਮ ਖੁਦਿਆਰਥ ਮੁਝ ਤ੍ਰਿਪਤਾਇਸ, ਤਿਮ ਤੂੰ ਤ੍ਰਿਪਤੈ ਅਸ ਸੋ ਬੀਸ। ਮਾਂ ਤੇਰੇ ਘਰ ਦੇ ਵਿੱਚ ਬਲੀ ਬਲਵਾਨ ਸਾਹਿਬਜ਼ਾਦਾ ਪ੍ਰਗਟ ਹੋਵੇਗਾ, ਦੁਸ਼ਟਾਂ ਦਾ ਖਾਤਮਾ ਕਰੇਗਾ। ਤੇ ਮੈਂ ਪ੍ਰਸ਼ਾਦਾ ਛਕਦਿਆਂ ਜਿੱਦਾਂ ਗੰਢਾ ਭੰਨਿਆ ਹੈ ਨਾ ਮੁੱਕਾ ਮਾਰ ਕੇ, ਇੱਦਾਂ ਇਨਸਾਨੀਅਤ ਦੇ ਦੁਸ਼ਮਣਾਂ ਦੇ ਸਿਰ ਭੰਨੇਗਾ ਉਹ। ਐਸੇ ਬੋਲ ਗਲੂਏ ਮੁਬਾਰਕ ਚੋਂ ਪ੍ਰਗਟ ਹੋਏ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ। ਜੋ ਭਗਤ ਮੁਖੋਂ ਬੋਲਦੇ ਨੇ ਉਹ ਬਚਨ ਪੂਰੇ ਹੁੰਦੇ ਨੇ, ਉਹਨਾਂ ਨੂੰ ਪੂਰਤੀ ਹਾਸਲ ਹੁੰਦੀ ਹੈ। ਪ੍ਰਗਟ ਪਹਾਰਾ ਜਾਪਦਾ ਸਭ ਲੋਕ ਸੁਣਨ ਦੇ, ਲੋਕ ਜਾਣਦੇ ਨੇ ਇਸ ਮਹਾਂਪੁਰਸ਼ਾਂ ਦੀ ਅਜ਼ਮਤ ਨੂੰ। ਬਾਬਾ ਜੀ ਨੇ ਅਰਦਾਸ ਬੇਨਤੀ ਕੀਤੀ। ਗੁਰੂ ਨਾਨਕ ਸਾਹਿਬ, ਗੁਰੂ ਅਰਜਨ ਸਾਹਿਬ ਤਰੁੱਠਦੇ ਨੇ। ਕਿਰਪਾ ਹੋਈ ਹੈ ਅਕਾਲ ਪੁਰਖ ਦੀ। ਗੁਰੂ ਕੀ ਵਡਾਲੀ ਵਿਖੇ ਸੰਮਤ 1652 ਬਿਕਰਮੀ ਹਾੜ ਵਧੀ ਏਕਮ ਨੂੰ, ਅੱਜ ਦੇ ਦਿਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪ੍ਰਗਟ ਹੁੰਦੇ ਨੇ। ਇਹ ਕੌਣ ਹੈ? ਭਾਈ ਗੁਰਦਾਸ ਕਹਿੰਦੇ ਨੇ, ਦਸਤਗੀਰ ਹੋਏ ਪੰਜ ਪੀਰ, ਹਰ ਗੁਰ ਹਰਗੋਬਿੰਦ ਅਤੋਲਾ, ਦੀਨ ਦੁਨੀ ਦਾ ਪਾਤਸ਼ਾਹ, ਪਾਤਸ਼ਾਹਾਂ ਪਾਤਸ਼ਾਹ ਅਡੋਲਾ। ਲੋਕ ਪਰਲੋਕ ਦਾ ਪਾਤਸ਼ਾਹ ਪਰਮੇਸ਼ਵਰ
ਛੇਵੇਂ ਜਾਮੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਦੇ ਰੂਪ ਵਿੱਚ ਪ੍ਰਗਟ ਹੋਇਆ। ਇਹ ਕੌਣ ਹੈ? ਇਹ ਗੁਰੂ ਨਾਨਕ ਦਾ ਛੇਵਾਂ ਜਾਮਾ ਹੈ। ਗੁਰੂ ਨਾਨਕ ਕੌਣ ਹੈ? ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਅਕਾਲ ਪੁਰਖ ਦੇ ਸਰੂਪ ਨੇ ਗੁਰੂ ਨਾਨਕ ਸਾਹਿਬ। ਦਾ ਐਮਬੋਡੀਮੈਂਟ ਆਫ ਲਾਈਟ, ਦਾ ਲਾਰਡ ਹਿਮਸੈਲਫ ਇਜ਼ ਕਾਲਡ ਗੁਰੂ ਨਾਨਕ। ਗੁਰੂ ਨਾਨਕ ਤੋਂ ਬਾਅਦ ਤਾਤੇ ਅੰਗਦ ਭਇਓ, ਤਤ ਸਿਉ ਤਤ ਮਿਲਾਇਓ। ਸਰੀਰ ਬਦਲਦੇ ਗਏ। ਹੁਣ ਇਹ ਛੇਵਾਂ ਜਾਮਾ ਹੈ। ਜੋਤ ਓਹਾ ਜੁਗਤ ਸਾਈ ਸਹਿਕਾਇਆ ਫੇਰ ਪਲਟੀ ਹੈ। ਝੁੱਲੈ ਸੋ ਸਤ ਨਿਰੰਜਨੀ ਮਲ ਤਖਤ, ਬੈਠਾ ਗੁਰ ਹਟੀ ਹੈ। ਮਹਾਨ ਤਖਤ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਪ੍ਰਗਟ ਹੋਏ। ਦੀਨ ਦੁਨੀਆ ਦੇ ਮਾਲਕ ਪ੍ਰਕਾਸ਼ਵਾਨ ਹੁੰਦੇ ਨੇ। ਆਪਣੇ ਜੀਵਨ ਕਾਲ ਵਿੱਚ ਜਲਦੀ ਹੀ ਸਮਾਂ ਆ ਗਿਆ ਗੁਰਤਾ ਗੱਦੀ ਦੇ ਵਾਰਸ ਬਣਨ ਦਾ। 11 ਕੁ ਵਰ੍ਹਿਆਂ ਦੀ ਉਮਰ ਹੈ। ਗੁਰੂ ਨਾਨਕ ਸਾਹਿਬ ਦੇ ਤਖਤ ਤੇ ਬੈਠੇ ਨੇ। ਅਕਾਲ ਬੁੰਗਾ ਅਕਾਲ ਤਖਤ ਸਾਹਿਬ ਰਚਿਆ ਹੈ। ਪੀਰੀ ਦਾ ਕੇਂਦਰ ਹਰਿਮੰਦਰ ਸਾਹਿਬ ਹੈ। ਚਰਨਾਂ ਵਾਲੇ ਪਾਸੇ ਮੀਰੀ ਦਾ ਕੇਂਦਰ, ਸ਼ਕਤੀ ਦਾ ਕੇਂਦਰ ਅਕਾਲ ਤਖਤ ਸਾਹਿਬ ਰਚਿਆ ਹੈ। ਹੁਣ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਇਹ ਸਾਨੂੰ ਦਰਸਾ ਦਿੱਤਾ ਵੀ ਸ਼ਸਤਰ ਚੁੱਕਣੇ ਪੈਣੇ ਨੇ ਇਨਸਾਨੀਅਤ ਦੀ, ਦੇਸ਼ ਦੀ ਰੱਖਿਆ ਦੀ ਖਾਤਰ। ਕਿਉਂਕਿ ਜ਼ਾਲਮ ਬੰਦਾ ਸੰਤ ਦੀ ਨਿਰਮਾਈ ਨੂੰ ਨਹੀਂ ਸਮਝਦਾ। ਹੁਣ ਤੁਸੀਂ ਸ਼ੇਰ ਦਾ ਤਰਲਾ ਕਰੋ ਵੀ ਸ਼ੇਰ ਜੀ ਮਹਾਰਾਜ ਸ਼ਿਕਾਰ ਖੇਡਣਾ ਛੱਡ ਦਿਓ, ਤੇ ਸ਼ੇਰ ਗਊਆਂ ਦੇ ਝੁੰਡ ਤੇ ਵਾਰ ਨਹੀਂ ਕਰੇਗਾ। ਇਹ ਮੁਗਲ ਨਰਬਖਸ਼ੀ ਸਨ। ਇਹਨਾਂ ਦਾ ਜੁੱਸਾ ਸ਼ੇਰਾਂ ਵਾਲਾ। ਭਾਰਤ ਦੇ ਲੋਕ ਨਿਰਮਾਣਤਾ 'ਚ ਰਹਿਣ ਵਾਲੇ ਗਊਆਂ ਵਰਗੇ। ਮਹਾਰਾਜ ਨੇ ਗਊਆਂ ਨੂੰ ਸ਼ੇਰ ਬਣਾਉਣਾ ਕੀਤਾ। ਸ਼ਸਤਰ ਪਕੜਾ ਦਿੱਤੇ ਹੱਥਾਂ ਵਿੱਚ। ਪੀਰੀ ਦੇ ਨਾਲ ਨਾਲ ਮੀਰੀ ਬਖਸ਼ ਦਿੱਤੀ। ਤੂੰ ਗੁਰ ਪ੍ਰਸਾਦ ਕਰ ਰਾਜ ਜੋਗ। ਸਾਨੂੰ ਰਾਜੇ ਜੋਗੀ ਬਣਾ ਦਿੱਤਾ ਮਹਾਰਾਜ ਨੇ। ਅਗਲੇ ਮਹੀਨੇ ਮੀਰੀ ਪੀਰੀ ਦਿਵਸ ਵੀ ਆਉਣ ਵਾਲਾ ਹੈ। ਸਮਾਂ ਬਣਿਆ ਉਦੋਂ ਮੀਰੀ ਪੀਰੀ ਬਾਬਤ ਆਪ ਸੰਗਤ ਨਾਲ ਵਿਚਾਰ ਕੀਤੀ ਜਾਵੇਗੀ। ਦੀਨ ਦੁਨੀਆ ਦੇ ਮਾਲਕ ਨੇ ਭਾਰਤ ਵਰਸ਼ ਤੇ ਜ਼ੁਲਮ ਕਰਨ ਵਾਲੇ ਬਾਦਸ਼ਾਹ ਸ਼ਾਹਜਹਾਨ ਦੇ ਨਾਲ ਮੱਥਾ ਲਾਇਆ ਹੈ। 4 ਜੰਗਾਂ ਗੁਰੂ ਪਾਤਸ਼ਾਹ ਨੇ ਸ਼ਾਹਜਹਾਨ ਦੇ ਨਾਲ ਲੜੀਆਂ ਨੇ ਮੁੱਠੀ ਪਰ ਫੌਜਾਂ ਲੈ ਕੇ, ਤੇ ਸ਼ਾਹਜਹਾਨ ਦੀਆਂ ਫੌਜਾਂ ਲੱਖਾਂ ਵਿੱਚ ਸਨ। 4 ਜੰਗਾਂ ਦੀਨ ਦੁਨੀਆ ਦੇ ਮਾਲਕ ਨੇ ਜਿੱਤੀਆਂ। ਤਾਂ ਭਾਈ ਗੁਰਦਾਸ ਨੇ ਕਿਹਾ ਹੈ ਛਠਮ ਪੀਰ ਬੈਠਾ ਗੁਰ ਭਾਰੀ। ਭਾਰੀਆਂ ਅਜ਼ਮਤਾਂ ਦਾ ਮਾਲਕ ਹੈ ਗੁਰੂ। ਸਤਿਗੁਰ ਮੇਰਾ ਤਾਣ ਨਿਤਾਣ, ਨਿਤਾਣਿਆਂ ਦਾ ਤਾਣ ਹੈ ਗੁਰੂ। ਗੁਰੂ ਨਾਨਕ ਸਾਹਿਬ ਤੋਂ ਚੱਲੀ ਆਉਂਦੀ ਪੀਰੀ ਦੀ ਰੀਤ ਦੇ ਨਾਲ ਮੀਰੀ ਤੋੜ ਦਿੱਤੀ, ਸ਼ਕਤੀ ਤੋੜ ਦਿੱਤੀ ਭਗਤੀ ਦੇ ਨਾਲ। 4 ਜੰਗ ਜਿੱਤੇ। ਕੌਣ ਹੈ ਗੁਰੂ ਨੂੰ ਜਿੱਤਣ ਵਾਲਾ? ਬਾਣੀ ਕਹਿੰਦੀ ਸਤਿਗੁਰ ਨੋ ਅੱਪੜ ਕੋਏ ਨਾ ਸਕਈ, ਜਿਸ ਵੱਲ ਸਿਰਜਣ ਹਾਰਿਆ। ਸਤਿਗੁਰ ਕਾ ਖੜਗ ਸੰਜੋ ਹਰ ਭਗਤ ਹੈ, ਜਿਤ ਕਾਲ ਕੰਟਕ ਮਾਰ ਵਿਡਾਰਿਆ। ਗੁਰੂ ਸਾਵੇਂ ਅਗਿਆਨ ਹੋਵੇ ਤੇ ਗਿਆਨ ਦੀ ਤਲਵਾਰ ਨਾਲ ਕੱਟਦਾ ਹੈ, ਜੋ ਗੁਰੂ ਨਾਨਕ ਤੋਂ ਗੁਰੂ ਅਰਜਨ ਸਾਹਿਬ ਤੱਕ ਕੱਟਦੇ ਆਏ ਨੇ। ਜਦੋਂ ਪ੍ਰਤੱਖ ਦੁਸ਼ਮਣ ਸਾਵੇਂ ਆ ਗਿਆ, ਫਿਰ ਲੋਹ ਖੜਗ ਫੜੀ ਤੇ ਦੁਸ਼ਮਣਾਂ ਦੇ ਸਿਰ ਲਾਏ ਬਾਪੂ ਨੇ। ਭਾਈ ਨੰਦ ਲਾਲ ਦੇ ਪਾਕ ਬੋਲ ਨੇ ਤੇਗਸ਼ ਦੁਸ਼ਮਨ ਅਫਗਨ ਵਾ ਤੀਰਸ਼ ਖਾਰਾ ਸ਼ਿਕਨ। ਆਏ ਗੁਰੂ ਹਰਗੋਬਿੰਦ ਸਾਹਿਬ, ਤੇਗਸ਼ ਤੁਹਾਡੀ ਜਿਹੜੀ ਤੇਗ ਹੈ ਅਫਗਨ ਦੁਸ਼ਮਣਾਂ ਨੂੰ ਮਾਰਨ ਵਾਲੀ ਹੈ। ਤੁਹਾਡੀ ਤੇਗ ਅੱਗੇ ਭਾਈ ਨੰਦ ਲਾਲ ਕਹਿੰਦੇ ਕੋਈ ਦੁਸ਼ਮਣ ਅੜ ਨਹੀਂ ਸਕਿਆ। ਚਾਹੇ ਉਹ ਅਨਵਰ ਖਾਂ ਹੈ, ਕਾਲੇ ਖਾਂ ਹੈ, ਪੈਂਦੇ ਖਾਂ ਹੈ। ਸ਼ਾਹਜਹਾਨ ਦੀ ਫੌਜ ਨੂੰ ਮਿੱਟੀ 'ਚ ਮਿਲਾਇਆ ਗੁਰੂ ਨੇ। ਜੈਕਾਰ ਕੀਓ ਧਰਮੀਓ ਕਾ ਪਾਪੀ ਕਹੋ ਡੰਡ ਦਿਓ। ਇਹ ਪਾਪੀਆਂ ਦਾ ਖੁਰਾ ਖੋਜ ਮਿਟਾਇਆ ਗੁਰੂ ਨੇ। ਧਰਮੀ ਸਤਪੁਰਸ਼ਾਂ ਦੀ ਰੱਖਿਆ ਕੀਤੀ ਗੁਰੂ ਨੇ। ਹੀ ਆਨਰਸ ਦਾ ਰਾਈਟੀਅਸ ਐਂਡ ਪਨਿਸ਼ਸ ਦਾ ਸਿਨਰਸ। ਪਾਪੀਆਂ ਨੂੰ ਦੰਡਿਤ ਕੀਤਾ, ਸਤਪੁਰਸ਼ਾਂ ਨੂੰ ਰੱਖ ਲਿਆ। ਐਸੇ ਮੇਰੇ ਬਾਪੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਜਿੱਥੇ ਗਿਆਨ ਖੜਗ ਚਲਾ ਕੇ ਅਗਿਆਨ ਨਾਸ਼ ਕੀਤਾ, ਉੱਥੇ ਲੋਹ ਖੜਗ ਚਲਾ ਕੇ ਦੁਸ਼ਮਣਾਂ ਦਾ ਨਾਸ਼ ਕੀਤਾ। ਇਹੀ ਲੋਹ ਖੜਗ ਸੀ ਜਿਹੜੀ ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਹਸਤ ਵਿੱਚ ਆਈ ਤੇ ਮੁਗਲਿਆ ਸਲਤਨਤ ਕੋਲੋਂ 14 ਜੰਗਾਂ ਜਿੱਤੀਆਂ ਬਾਪੂ ਨੇ।
जिस रन में लड़ा बेसरो सामान लड़ा तू, 100 सिंह लिए लाखों पे जा जा के पड़ा तू। ऐसी किरपा की बापू ने। सो ऐसे मेरे दीन दुनिया के मालक गुरु हरगोबिंद साहिब पातशाह ने, गुरु गोबिंद सिंह पातशाह ने, उन्हां दी बराबरता दुनिया च कोई नहीं कर सकता। गुर जैसा ना ही को देव, गुर समरथ गुर निरंकार गुर ऊंचा अगम अपार। गुरु अकाल पुरख का स्वरूप है। एक दीवान छड्ड के लखां दीवान ला लो, लखां प्रचारक गलूए चों दी वडियाई गा लैण, सागर बयान नहीं कीते जा सकते। 2-4 बुलबुले जे जतन करन सागर दा अंत पा लैण ते नहीं पैंदा। यही तेग सी जिहड़ी गुरु किया सिंघां ने चुकी। आओ उस महापुरुष वल वधिए जिन्हें तेग ऐसी चलाई, भारत वर्ष अंदर खालसा राज स्थापित किया। नाम है बाबा बंदा सिंह बहादुर। बापू गुरु ग्रंथ साहिब पता की कहते ने, सूरा सो पहचानिया जो लरै दीन का हेत, पुरजा पुरजा कट मरै कबहू ना छाडै खेत। जिहड़े शहीद हुंदे ने ना दीन लई आपा वारदे ने। पहला मरण कबूल, जीवन की छड आस, हो सबना की रेण का, तो आओ हमारा पास। जिहड़ा शहीद हुंदा सिद्धा गुरु अर्जन साहिब की गोद विच पहुँचदा है। बड़ा अगमी इतिहास है महापुरुष का। ये कतक सुदी 13 संमत 1727 एक बालक पैदा हुंदा है राजौड़ी विखे। रियासत पुंछ है, कश्मीर का इलाका है, ते पिता श्री रामदेव भरद्वाज राजपूत ने। बालक पैदा होया, नाम लक्ष्मण दास रखिया गया। माधो दास करके बाद विच प्रचलित हुए, बंदा सिंह बहादुर करके, गुरबख्श सिंह करके भी बाद विच प्रचलित हुए। अच्छा, जीवन विच 4 गुरु धारे ने उस बंदा सिंह बहादुर ने। पहला गुरु है जानकी प्रसाद वैरागी, राजौड़ी पुंछ विखे इसनूं गुरु धारिया है। एक है साधु रामदास, राम थम्मण लाहौर, इसनूं मिल के गुरु धारना किया। जोगी औगणनाथ नासक दखण दे इलाके विच इन्हें गुरु धारिया है। 3 गुरु धारे, मन ना टिकिया, रिद्धियां सिद्धियां मिल गईयां। मन टिकिया जिस दिन गुरु गोबिंद सिंह पातशाह सरबंस वार के 14 जंगां मुगलों तो जित के दखण दी धरती नूं ताਰਨ नंदेड़ पहुँचे ने। महाराज इहदे डेरे आए ने। बस दिदारे की होए तिन कहो क्या उपदेसी है, जिन गुर नानक देओ। माधो दास नूं जदों प्राप्ति हुई ना, गुरु दे दर्शन कीते, फिर ऐसा गुरु दा होया, फिर कदे भी सिख जगत नूं छड्ड के किनारा नहीं कीता। सनातन मत छड्ड के खंडे बाटे दी पौड़ छाके गुरु का सिंह बनिया सी। नाले जिन्हों गुरु नानक दे घर दा उपदेश मिल गया, उन्होंने लोड़ ही नहीं किधरे मन की झोली अड्ड के उपदेश लैण दी। परमेश्वर दे स्वरूप तो जिन्हों बख्शिश प्राप्त हो गई। वेखो, गुरु गोबिंद सिंह पातशाह डेरे आए, इन्हें ना रिद्धियां सिद्धियां विखाइयां। जदों रिद्धियां सिद्धियां विखाइयां, ये की करदा सी, एक इहदा बड़ा सुंदर आसन सी। जिहड़ा भी कोई सतपुरुष उत्ते आके टिकदा सी ना, डेरा वेख के भी कोई जल पानी छकीए, थकावट दूर होवे, क्योंकि साधुआं नूं साधुआं दे दरां ते ही जाना पैंदा है। ये अपनी करामात नाल वो आसन पुठा कर दिंदा सी, पलंगा आसन उल्टा दिंदा सी। अज भी यतन कीते, अज भी रिद्धियां सिद्धियां वरतियां, क्योंकि ये कोल ताकत बड़ी सी। बाणी कहती है अष्ट सिद्ध नव निध एह करम प्राप्त जिस नाम देहे, द 8 मिरेकुलस स्पिरिचुअल पावर्स। ये किहदे कोल हुंदियां ने? जिन्हां दे कोल नाम हुंदा है, आर कंटेन्ड इन दा नाम। जिहड़े नाम हिरदे च टिका लैण, उन्हां कोल करामातां हुंदियां ने। जदों महाराज आसन ते बैठे ने, करामात दिखाई ते पलंगा ना उठिया। ना करामात काम आई, क्यों ना काम आई? गुर गोविंद गोविंद गुरु है, नानक भेद ना पाई। क्योंकि अज कोई थोड़ियां बहुतियां सिद्धियां दा मालक कोई सतपुरुष नहीं सी आसन ते बैठा, अज खुद खुदा गुरु गोबिंद सिंह बैठे सन। हैरान होया माधो दास, महाराज नूं कहंदा तुसीं कौन हो? महाराज कहंदे पहचान। ध्यान नाल वेंदा है। एक अहमद शाह बटालिया होया, उन्हें अपनी रचना
ਤਾਰੀਖੇ ਹਿੰਦ ਦੇ ਵਿੱਚ ਇਹ ਜ਼ਿਕਰ ਕੀਤਾ ਹੈ। ਕੁਝ ਸਵਾਲ ਜਵਾਬ ਨੇ, ਮੈਂ ਸੰਖੇਪ ਵਿੱਚ ਹੀ ਜ਼ਿਕਰ ਕਰਾਂ। ਜਦੋਂ ਧਿਆਨ ਨਾਲ ਮਹਾਰਾਜ ਵੱਲ ਨਜ਼ਰ ਦੌੜਾਈ, ਸ਼ਸਤਰ ਵਸਤਰ ਵੇਖੇ, ਪ੍ਰਚਲਿਤ ਨਾਮ ਹੈ, ਪ੍ਰਚੰਡ ਨਾਮ ਹੈ, ਕਹਿੰਦਾ ਗੁਰੂ ਗੋਬਿੰਦ ਸਿੰਘ ਜਾਪਦੇ ਹੋ। ਮਹਾਰਾਜ ਕਹਿੰਦੇ ਤੂੰ ਕੌਣ ਹੈ? ਕਹਿੰਦਾ ਤੁਸੀਂ ਜਾਣਦੇ ਹੋ ਮੈਂ ਮਾਧੋ ਦਾਸ ਹਾਂ, ਔਗੜਨਾਥ ਦਾ ਚੇਲਾ। ਮਹਾਰਾਜ ਕਹਿੰਦੇ ਡੂੰਘਾਈ ਵਿੱਚ ਜਾ, ਤੂੰ ਕੌਣ ਹੈ? ਤੇ ਦੋਵੇਂ ਹੱਥ ਜੋੜ ਕੇ ਚਰਨਾਂ ਵਿੱਚ ਬਹਿ ਗਿਆ ਜੀ। ਕਹਿੰਦਾ ਅੱਗੇ ਔਗੜਨਾਥ ਦਾ ਚੇਲਾ ਸੀ, ਅੱਜ ਤੇਰੀ ਅਜ਼ਮਤ ਅੱਗੇ ਝੁਕਿਆ ਹਾਂ। ਅੱਜ ਤੋਂ ਤੇਰਾ ਬੰਦਾ, ਬੰਦਾ ਹੈ ਪਰਸ਼ੀਅਨ ਦਾ ਲਫ਼ਜ਼, ਫਾਰਸੀ ਦਾ ਕਹਿੰਦੇ ਨੇ ਗੁਲਾਮ ਨੂੰ। ਬਾਣੀ ਕਹਿੰਦੀ ਹੈ ਮੈਂ ਬੰਦਾ ਬੈ ਖਰੀਦ, ਸੱਚ ਸਾਹਿਬ ਮੇਰਾ ਜੀਓ, ਪਿੰਡ ਸਭ ਤਿਸ ਦਾ ਸਭ ਕਿਛ ਹੈ ਤੇਰਾ। ਮੈਂ ਬੰਦਾ ਬੈ ਖਰੀਦ ਹਾਂ, ਤੇਰੇ ਚਰਨਾਂ ਦਾ ਦਾਸ। ਹੁਕਮ ਕਰੋ। ਮਹਾਰਾਜ ਕਹਿੰਦੇ ਤੈਨੂੰ ਖਾਲਸਾ ਪੰਥ ਵਿੱਚ ਸ਼ਾਮਲ ਕਰਨ ਆਏ ਹਾਂ। ਅਸੀਂ ਪੰਥ ਸਾਜਿਆ ਹੈ ਮੁਗਲਿਆ ਸਲਤਨਤ ਦਾ ਖੁਰਾ ਖੋਜ ਮਿਟਾਉਣ ਲਈ, ਕਿਉਂਕਿ ਉਹ ਭਾਰਤ ਵਰਸ਼ ਤੇ ਇਨਸਾਨੀਅਤ ਦੇ ਜ਼ੁਲਮ ਕਰਦੇ ਨੇ। ਸ਼ਾਮਲ ਹੋਵੇਂਗਾ? ਕਹਿੰਦਾ ਜੀ ਸ਼ਾਮਲ ਤੇ ਹੋਵਾਂਗਾ, ਪਰ ਮੈਂ ਤੇ ਇੱਥੇ ਡੇਰੇ ਵਿੱਚ ਲੋਕੇ ਦਿਨ ਕੱਟਦਾ ਹੈ। ਜੰਜੂ ਤੇ ਕਦੋਂ ਤੋਂ ਔਰੰਗਜ਼ੇਬ ਲਾ ਰਿਹਾ ਹੈ ਸਭਨਾਂ ਦੇ। ਜੇ ਮੇਰੇ ਵਿੱਚ ਇੰਨੀ ਤਾਕਤ ਹੁੰਦੀ ਮੁਗਲਾਂ ਨਾਲ ਟਕਰਾਉਣ ਦੀ, ਤੇ ਬਾਪੂ ਦੱਖਣ ਡੇਰੇ ਵਿੱਚ ਲੋਕੇ ਨਾ ਬਹਿੰਦਾ ਮੈਂ। ਜਿਵੇਂ ਖਾਲਸਾ ਸਾਜਿਆ ਹੀ, ਗੁਲਾਮਾਂ ਨੂੰ ਸਰਦਾਰ ਸਾਜਿਆ ਹੀ, ਤਖਤਾਂ ਦੇ ਵਾਰਸ ਬਣਾਉਣ ਲਈ ਇਹ ਅਜ਼ਮਤ ਦਿੱਤੀ ਹੈ। ਅੱਜ ਮੈਨੂੰ ਥਾਪੜਾ ਦੇ, ਮੈਂ ਜਾਣਦਾ ਹਾਂ ਤੇਰੀ ਜਿਹੜੀ ਅਜ਼ਮਤ ਹੈ, ਜੇ ਥਾਪੜੇ ਰਾਹੀਂ ਰੰਚਕ ਮਾਤਰ ਵੀ ਮੇਰੇ ਵਿੱਚ ਆ ਗਈ ਤੇ ਮੈਂ ਮੁਗਲਾਂ ਦਾ ਤਖਤ ਪੁੱਟ ਦੇਵਾਂਗਾ। ਜੇ ਕਿਰਪਾ ਨਾ ਹੋਈ ਤਾਂ ਫਿਰ ਕੁਝ ਨਹੀਂ ਹੋਣਾ। ਬਾਪੂ ਨੇ ਦਿੱਤਾ ਥਾਪੜਾ, ਖੰਡੇ ਦੀ ਪੌਲ ਛਕਾਈ। ਵੈਰਾਗੀ ਮਾਧੋ ਦਾਸ ਸਨਾਤਨ ਮਤ ਨਾਲੋਂ ਵੱਖ ਹੋ ਕੇ ਗੁਰੂ ਕਾ ਸਿੰਘ ਸੱਜਿਆ। ਨਾਮ ਬੰਦਾ ਸਿੰਘ ਬਹਾਦਰ ਤੇ ਗੁਰਬਖਸ਼ ਸਿੰਘ ਪ੍ਰਚਲਿਤ ਹੋ ਗਿਆ। ਇਹ ਕੀ ਹੈ? ਸਤਿਗੁਰ ਮੇਰਾ ਤਾਣ ਨਿਤਾਣ। ਗੁਰੂ ਪਾਸੋਂ ਬਖਸ਼ਿਸ਼ਾਂ ਲੈ ਕੇ ਮੁਗਲਾਂ ਨੂੰ ਸੋਧਣ ਤੁਰ ਪਿਆ। ਮਹਾਰਾਜ ਨੇ ਹੁਕਮਨਾਮੇ ਦਿੱਤੇ ਵੀ ਪੰਜਾਬ ਵਿੱਚ ਸਾਰਿਆਂ ਸਿੰਘਾਂ ਨੂੰ ਹੁਕਮਨਾਮੇ ਮੇਰੇ ਭੇਜ ਦੇਈਂ, ਤੇਰਾ ਸਾਥ ਦੇਣਗੇ। ਬਾਬਾ ਵਿਨੋਦ ਸਿੰਘ, ਬਾਬਾ ਕਾਹਨ ਸਿੰਘ, ਬਾਬਾ ਬਾਰ ਸਿੰਘ, ਬਾਬਾ ਦਇਆ ਸਿੰਘ, ਭਾਈ ਰਣ ਸਿੰਘ, 5 ਸਿੰਘ ਨਾਲ ਦਿੱਤੇ। 5 ਪੱਥੇ ਚੋਂ ਤੀਰ ਦਿੱਤੇ, ਝੰਡਾ ਬਖਸ਼ਿਆ, ਨਿਸ਼ਾਨ ਬਖਸ਼ਿਆ, ਨਿਗਾਰਾ ਬਖਸ਼ਿਆ। ਸੰਗਤਾਂ ਨੂੰ ਹੁਕਮਨਾਮੇ ਮਿਲ ਗਏ। ਬਾਬਾ ਬੰਦਾ ਸਿੰਘ ਬਹਾਦਰ ਸਿੰਘਾਂ ਦਾ ਜਰਨੈਲ ਸਾਜਿਆ ਗੁਰੂ ਨੇ। ਜੰਗਾਂ ਜਿੱਤੀਆਂ ਨੇ, ਸਡੌਰਾ, ਸਮਾਣਾ, ਸਰਹੰਦ, ਸਹਾਰਨਪੁਰ, ਕਰਨਾਲ, ਲਾਡਵਾ, ਅਮੀਨਗੜ੍ਹ, ਲੋਹਗੜ੍ਹ, ਬਹਿਰਾਨਪੁਰ ਸਾਰੇ ਹੀ ਜਿੱਤ ਲਏ। ਸਰਹੰਦ ਦਾ ਬਾਦਸ਼ਾਹ ਬਾਰ ਸਿੰਘ ਨੂੰ ਥਾਪਿਆ ਗਿਆ। 36 ਲੱਖ ਸਾਲਾਨਾ ਆਮਦਨ ਸੀ ਇਸ ਪਰਗਣੇ ਦੀ, ਇਸ ਇਲਾਕੇ ਦੀ। ਖੈਰ ਭਾਰਤ ਵਰਸ਼ ਦੇ ਮੁਗਲਾਂ ਨੂੰ ਸਜ਼ਾ ਭੁਗਤਾਉਂਦਾ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਇੱਕ ਰਾਜ ਕਾਇਮ ਕਰਦਾ ਹੈ। ਉਹਦਾ ਨਾਮ ਹੈ ਸਭ ਸੁਖਾਲੀ ਵੁੱਠੀਆਂ ਇਹੋ ਹੋਆ ਹਲੇਮੀ ਰਾਜ ਜੀਓ, ਖਾਲਸਾ ਰਾਜ, ਜਿੱਥੇ ਸਾਰੇ ਹੀ ਸੁਖੀ ਵਸਣ। ਮੈਕਲਮ ਇੱਕ ਗੱਲ ਕਹਿੰਦਾ ਹੈ ਹਿਸਟਰੀ ਆਫ ਦਾ ਸਿੱਖਸ ਦੇ ਵਿੱਚ, ਉਹ ਕਹਿੰਦਾ ਹੈ ਵੀ ਜੇ ਬਹਾਦਰ ਸ਼ਾਹ ਬਾਦਸ਼ਾਹ ਦੱਖਣ ਵੱਲ ਨੂੰ ਚੜ੍ਹਾਈ ਨਾ ਕਰਦਾ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਰਾ ਹੀ ਹਿੰਦੁਸਤਾਨ ਜਿੱਤ ਲੈਣਾ ਸੀ। ਅੱਜ ਸਮਾਂ ਆਇਆ, ਰਾਜ ਭਾਗ ਕਾਇਮ ਕਰਕੇ ਨਾ ਉਹਨੇ ਸਿੱਕੇ ਜਾਰੀ ਕੀਤੇ। ਜਿਹੜੇ ਵੀਰ ਕਹਿ ਦਿੰਦੇ ਨਾ ਨਹੀਂ ਜੀ ਉਹ ਤੇ ਵੈਰਾਗੀ ਰਿਹਾ, ਰੱਬ ਦਾ ਵਾਸਤਾ ਜੇ ਕੁਫਰ ਨਾ ਤੋਲੋ। ਸਨਾਤਨ ਮਤ ਨੂੰ ਵੈਰਾਗੀਆਂ ਨੂੰ ਬਿਲੋਂਗ ਕਰਦਾ ਸੀ। ਅੰਮ੍ਰਿਤ ਛਕ ਕੇ ਉਹਦਾ ਧਰਮ ਹੋ ਗਿਆ ਸਿੱਖ ਧਰਮ। ਜੇ ਉਹ ਵੈਰਾਗੀ ਹੀ ਰਹਿੰਦਾ ਤੇ ਆਪਣੇ ਸਿੱਕੇ ਦੇ ਉੱਤੇ ਉਹ ਵਿਸ਼ਨੂੰ ਜੀ ਮਹਾਰਾਜ ਦਾ ਨਾਮ ਲਿਖਦਾ, ਨਾ ਕਿ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦਾ ਨਾਮ ਲਿਖਦਾ। ਸਿੱਕਾ ਜਦ ਬਰਹਰਦਵਾਲਮ ਤੇਗ ਨਾਨਕ ਵਾਹਬਸਤ ਫਤਿਹ ਗੋਬਿੰਦ ਸਿੰਘ ਸ਼ਾਹਾ, ਸਾਰਾ ਫਜ਼ਲ ਸੱਚਾ ਸਾਹਿਬਸਤ। ਗੁਰੂ ਗੋਬਿੰਦ ਸਿੰਘ ਦਾ ਨਾਮ ਲਿਖਿਆ ਗਿਆ ਸਿੱਕੇ ਦੇ। ਇੱਥੇ ਹੀ ਬਸ ਨਹੀਂ, ਇਸ ਗੱਲ ਦਾ ਖਿਆਲ ਰੱਖਿਓ। ਉਹਨੇ ਇੱਕ ਮੋਹਰ ਬਣਾਈ ਖਾਲਸਾ ਰਾਜ ਦੀ, ਉੱਤੇ ਲਿਖਦਾ ਹੈ ਦੇਗੋ ਤੇਗੋ ਫਤਿਓ ਨੁਸਰਤ ਬੇਦ ਰੰਗ ਯਾਫਤਸ ਨਾਨਕ ਗੁਰੂ ਗੋਬਿੰਦ ਸਿੰਘ। ਗੁਰੂ ਦੇ ਨਾਮ ਦੀ ਉਸਨੇ ਮੋਹਰ ਚਲਾਈ। ਅਖੀਰ ਗੁਰਦਾਸ ਨੰਗਲ ਦੀ ਗੜ੍ਹੀ ਵਿੱਚ ਕੈਦ ਹੁੰਦਾ ਹੈ, ਕਿਉਂਕਿ ਮੁਗਲਾਂ ਕਸਮਾਂ ਖਾ ਕੇ ਤੋੜੀਆਂ, ਧੋਖਾ ਦਿੱਤਾ। ਨਿਆਂ ਕਰਨਾ ਚਾਹੁੰਦੇ ਸਨ, ਕਤਲੋ ਗੈਰਤ ਨੂੰ ਰੋਕਣਾ ਚਾਹੁੰਦੇ ਸਨ, ਹੱਥ ਮਿਲਾਉਣਾ ਚਾਹੁੰਦੇ ਸਨ, ਪਰ ਧੋਖੇ ਨਾਲ ਪਕੜ ਲਿਆ ਗਿਆ।
ਕੁਤਬ ਮਿਨਾਰ ਦੇ ਪਾਸ ਦਿੱਲੀ ਕੈਦ ਕਰਕੇ ਲਿਆਂਦਾ। 750 ਸਿੰਘ ਦੇ ਸਿਰ ਕਲਮ ਕਰਕੇ ਨੇਜਿਆਂ ਤੇ ਟੰਗੇ ਵੀ ਇਹਨਾਂ ਦਾ ਆਗੂ ਬੰਦਾ ਸਿੰਘ ਬਹਾਦਰ ਡੋਲ ਜਾਵੇਗਾ, ਈਨ ਮੰਨੇਗਾ। ਕਹਿੰਦੇ ਫਰਕਸ਼ੀਅਰ ਬਾਦਸ਼ਾਹ ਕਲਮਾ ਪੜ੍ਹ ਬਾਬਾ। ਕਹਿੰਦਾ ਨਹੀਂ, ਕਲਮਾ ਗੁਰੂ ਗੋਬਿੰਦ ਸਿੰਘ ਦੇ ਨਾਂ ਦਾ ਪੜ੍ਹਿਆ ਹੋਇਆ ਹੈ। ਤੈਨੂੰ ਡਰ ਨਹੀਂ ਲੱਗਦਾ ਖੋਪੜਾਂ ਤੇ? ਆ ਦੇਖ ਕੈਸਾ ਮੰਜ਼ਰ ਹੈ, ਨੇਜਿਆਂ ਤੇ ਖੋਪੜ ਟੰਗੇ ਹੋਏ ਨੇ, ਤੇਰਾ ਹਸ਼ਰ ਇਹ ਹੋਵੇਗਾ। ਕਹਿੰਦੇ ਦੇਖ ਐ ਫਰਕਸ਼ੀਅਰ, ਮੇਰੇ ਨਾਲ ਰਹਿਣ ਵਾਲਾ ਇਹ 750 ਸਿੰਘ ਨਹੀਂ ਡੋਲਿਆ, ਈਨ ਨਹੀਂ ਮੰਨੀ, ਤੇ ਇਹਨਾਂ ਦਾ ਆਗੂ ਜਰਨੈਲ ਈਨ ਕਿਵੇਂ ਮੰਨ ਲਵੇ? ਕੋਈ ਵੀ ਸਜ਼ਾ ਦੇ ਈਨ ਨਹੀਂ ਮੰਨਾਂਗਾ। ਅੱਖਾਂ ਦੇ ਸਾਵੇਂ ਪੁੱਤਰ ਅਜੈ ਸਿੰਘ ਦਾ ਕਲੇਜਾ ਕੱਢ ਕੇ ਨਾ ਉਹਨੂੰ ਸ਼ਹੀਦ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਪਾਇਆ ਗਿਆ। ਵੀਲਰ ਨੇ ਗਵਾਹੀ ਦਿੱਤੀ ਹੈ। ਅਰਲੀ ਰੈਕਡ ਆਫ ਬ੍ਰਿਟਿਸ਼ ਇੰਡੀਆ ਵਿੱਚ ਉਹ ਲਿਖਦਾ ਹੈ ਬੱਚੇ ਨੂੰ ਮਾਰਿਆ ਗਿਆ। ਖਾਫੀ ਖਾਨ ਨੇ, ਮੁਹੰਮਦ ਹੁਸੈਨ ਨੇ ਵੀ ਰਚਨਾ ਕਰਕੇ ਹਾਮੀ ਭਰੀ ਹੈ, ਇਹ ਨਹੀਂ ਡੋਲਿਆ। ਸਤਿਗੁਰ ਸੇਵ ਸਰਬ ਫਲ ਪਾਏ। ਕਹਿੰਦੇ ਮੈਨੂੰ ਕੋਈ ਇੱਛਾ ਹੀ ਨਹੀਂ ਰਹੀ, ਸਭ ਫਲ ਗੁਰਾਂ ਤੋਂ ਮਿਲ ਗਏ ਨੇ। ਲਾਲਚ ਦਿੰਦੇ ਉਹ ਤਖਤਾਂ ਤਾਜਾਂ ਦੇ ਛੱਡ ਦਿੱਤੇ, ਲਖਤੇ ਜਿਗਰ ਮੇਰਾ ਕਤਲ ਕਰ ਦਿੱਤਾ। ਸ਼ਹਾਦਤ ਲਈ ਮੈਂ ਤਿਆਰ ਹਾਂ। ਅਖੀਰ ਜਮੂਰਾਂ ਨਾਲ ਮਾਸ ਨੋਚਿਆ ਗਿਆ, ਅੱਖਾਂ ਕੱਢ ਲਈਆਂ ਗਈਆਂ, ਅੰਗ ਕੱਟ ਦਿੱਤੇ ਗਏ। ਬੰਦਾ ਸਿੰਘ ਬਹਾਦਰ ਸਿੱਖ ਜਗਤ ਲਈ, ਧਰਮ ਲਈ ਸ਼ਹੀਦ ਹੋਇਆ। ਉਹ ਮਰੇਗਾ ਨਹੀਂ। ਸ਼ਾਇਰ ਕਹਿੰਦਾ ਹੈ, ਅਨੀਸ ਅੰਸਾਰੀ ਕਹਿੰਦਾ, ਹਮ ਸ਼ਹੀਦੋਂ ਕੋ ਕਭੀ ਮੁਰਦਾ ਨਹੀਂ कहते ਅਨੀਸ, ਰਿਜ਼ਕ ਜन्नत में ਮਿਲੇ ਸ਼ਾਨ, यहाँ पर ਬਾਕੀ ਸ਼ਹੀਦ ਮੁਰਦਾ ਨਹੀਂ ਹੁੰਦੇ, ਅਮਰ ਹੁੰਦੇ ਨੇ। ਔਰ ਖਾਲਸਾ ਰਾਜ ਦਾ ਪਹਿਲਾ ਉਸਰਈਆ ਬਾਬਾ ਬੰਦਾ ਸਿੰਘ ਬਹਾਦਰ ਅਮਰ ਹੈ। ਖੰਡੇ ਦੀ ਪੌਲ ਛਕੋ, ਗੁਰੂ ਵਾਲੇ ਬਣੋ। ਕੁੱਲ ਕਾਇਨਾਤ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਧੰਨਵਾਦ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ। ਧਰਮ ਪ੍ਰਚਾਰ ਕਮੇਟੀ ਦਾ ਧੰਨਵਾਦ। ਗਿਆਨੀ ਰਣਜੀਤ ਸਿੰਘ ਜੀ, ਉਹਨਾਂ ਦਾ ਧੰਨਵਾਦ ਹੈ ਜੀ। ਇੱਥੇ ਕਾਰ ਸੇਵਾ ਨਿਭਾਉਣ ਵਾਲੇ ਮਹਾਂਪੁਰਸ਼ ਬਾਬਾ ਹਰਨਾਮ ਸਿੰਘ ਜੀ ਪਿੰਡਰਾਂ ਵਾਲੇ, ਮਹਾਂਪੁਰਸ਼ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ, ਸਤਿਪੁਰਸ਼ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲੇ, ਸਭਨਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।